ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਕੈਮ ਆਪਾਂ ਸਾਰੇ ਤੇ ਕਿਵੇਂ ਦਾ ਲੱਗਿਆ ਹੁਣ ਤੱਕ ਦਾ ਇਵੈਂਟ? ਮੈਂ ਊਬੀ ਸਰ ਦਾ ਬਹੁਤ ਬੜਾ ਫੈਨ ਹੈ, ਕਿਉਂਕਿ ਆਪਣੇ ਕੋਲ ਹਮੇਸ਼ਾ ਸ਼ਬਦ ਨਹੀਂ ਹੁੰਦੇ ਕਿ ਉਹਨਾਂ ਦਾ ਕਿਵੇਂ ਥੈਂਕਸ ਕਰੀਏ। ਸਹੀ ਹੈ ਜੀ, ਕਿਉਂਕਿ ਹਰ ਵਾਰ ਜਦੋਂ ਆਪਣੀ ਸਟੋਰੀ ਸ਼ੇਅਰ ਕਰਦੇ ਨੇ ਮੈਂ ਉਹਦੇ 'ਚੋਂ ਹਰ ਵਾਰ ਕੁਛ ਨਾ ਕੁਛ ਨਵਾਂ ਸਿੱਖ ਕੇ ਜਾਂਦਾ। ਕਿਉਂਕਿ ਕਈ ਵਾਰ ਹੁੰਦਾ ਕਿ ਜਿੱਦਾਂ ਸਰ ਨੇ ਦੱਸਿਆ ਕਿ ਕਾਫੀ ਸਾਰੀਆਂ ਅਚੀਵਮੈਂਟ ਨੇ ਨਾ, ਪਰ ਉਹ ਹਲੇ ਕੁਛ ਵੀ ਨਹੀਂ ਹੈਗੀਆਂ। ਤਾਂ ਸ਼ੁਰੂਆਤ 'ਚ ਦੱਸ ਦੇਣਾ ਕਿ ਹਲੇ ਆਪਣਾ ਸਫ਼ਰ ਬਹੁਤ ਲੰਬਾ ਹੈ, ਆਪਾਂ ਨੇ ਬਹੁਤ ਅੱਗੇ ਜਾਣਾ ਹੈ। ਅਤੇ ਮੈਂ ਥੈਂਕ ਯੂ ਕਰਦਾ ਹੈ, ਮੈਨੂੰ 15 ਤੋਂ 20 ਮਿੰਟ ਦਾ ਇੱਕ ਬੜਾ ਲਿਮਟਿਡ ਟਾਈਮ ਮਿਲਿਆ ਤੁਹਾਡੇ ਸਾਰਿਆਂ ਨਾਲ ਇੰਟਰੈਕਟ ਕਰਨ ਵਾਸਤੇ। ਠੀਕ ਹੈ ਜੀ, ਕਿਉਂਕਿ ਇੰਨੀ ਸੋਹਣੀ ਫੋਰਐਵਰ ਫੈਮਿਲੀ ਹੈ, ਆਪਾਂ ਬੜੀ ਦੂਰੋਂ ਦੂਰੋਂ ਆਏ ਹਾਂ, ਰਾਜਸਥਾਨ, ਹਰਿਆਣਾ। ਅਤੇ ਜਿਹੜਾ 15-20 ਮਿੰਟ ਦਾ ਟਾਈਮ ਹੋਏਗਾ, ਇਹਦੇ 'ਚ ਥੋੜ੍ਹੀ ਜਿਹੀ ਮੈਂ ਤੁਹਾਨੂੰ ਆਪਣੀ ਇੰਟਰੋਡਕਸ਼ਨ ਦੇਵਾਂਗਾ ਕਿ ਕਿੱਦਾਂ ਮੈਂ ਆਪਣੀ ਜਰਨੀ ਸ਼ੁਰੂ ਕੀਤੀ, ਅਤੇ ਥੋੜ੍ਹਾ ਜਿਹਾ ਮੈਂ ਕੁਛ ਟਿਪਸ ਦੇਵਾਂਗਾ। ਕਿਉਂਕਿ ਮੈਨੂੰ ਯਾਦ ਹੈ ਜਦੋਂ ਮੈਂ 3-3.5 ਸਾਲ ਪਹਿਲਾਂ ਬਿਜ਼ਨਸ ਸ਼ੁਰੂ ਕੀਤਾ ਸੀ ਨਾ, ਮੇਰੇ ਅੰਦਰ ਇੱਕੋ ਚੀਜ਼ ਚੱਲਦੀ ਰਹਿੰਦੀ ਸੀ ਹਮੇਸ਼ਾ ਕਿ ਕੁਛ ਟਿਪਸ ਮਿਲ ਜਾਣ ਬਸ, ਫਿਰ ਤਾਂ ਫੱਟੇ ਚੱਕ ਦਾਂਗੇ। ਇੱਦਾਂ ਹੀ ਹੁੰਦਾ ਨਾ ਸਾਰਿਆਂ ਨਾਲ, ਤਾਂ ਮੇਰੇ ਨਾਲ ਵੀ ਇੱਦਾਂ ਹੀ ਹੁੰਦਾ ਸੀ ਹਮੇਸ਼ਾ। ਤਾਂ ਮੈਂ ਕਾਫੀ ਸਾਰੇ ਆਪਣੇ ਫਸਟ ਰੋਜ਼ ਬਹੁਤ ਸਾਰੇ ਲੀਡਰਸ ਨੇ ਜਿਨ੍ਹਾਂ ਨੂੰ ਮੈਂ ਸੁਣਦਾ ਰਹਿੰਦਾ ਸੀ, ਬਹੁਤ ਕੁਛ ਅੰਡਰਸਟੈਂਡ ਕੀਤਾ ਫੋਰਐਵਰ 'ਚ। ਤਾਂ ਮੈਂ ਆਪਣੀ ਜਰਨੀ ਨੂੰ ਥੋੜ੍ਹਾ ਪਹਿਲਾਂ ਸ਼ੇਅਰ ਕਰਦਾ ਤੁਹਾਡੇ ਨਾਲ। ਨਾਮ ਹੈ ਜੀ ਮੇਰਾ ਗੁਰਵਿੰਦਰ ਸਿੰਘ, ਅਤੇ ਚੰਡੀਗੜ੍ਹ ਯੂਨੀਵਰਸਿਟੀ ਸੁਣਿਆ ਸਾਰਿਆਂ ਨੇ? ਮੈਂ ਉਹਦਾ ਸਟੂਡੈਂਟ ਰਿਹਾ, ਅਤੇ ਉਹਦੇ ਸਟੱਡੀ ਕਰਦੇ ਕਰਦੇ ਫਸਟ ਈਅਰ 'ਚ ਜਦੋਂ ਮੈਂ ਉੱਥੇ ਕੋਲਜ 'ਚ ਐਂਟਰ ਕੀਤਾ, ਪਹਿਲਾ ਸਮੈਸਟਰ ਸਾਰਿਆਂ ਦਾ ਬਹੁਤ ਵਧੀਆ ਹੁੰਦਾ, ਇੱਦਾਂ ਹੀ ਹੈ। ਮੇਰਾ ਵੀ ਪਹਿਲਾ ਸਮੈਸਟਰ ਬੜਾ ਵਧੀਆ ਰਿਹਾ, ਅਤੇ ਸੈਕਿੰਡ ਸਮੈਸਟਰ 'ਚ ਜਾ ਕੇ ਨਾ ਥੋੜ੍ਹੀ ਜਿਹੀ ਟੈਨਸ਼ਨ ਹੋਣੀ ਸ਼ੁਰੂ ਹੋ ਗਈ। ਤਾਂ ਲੱਗਣ ਲੱਗ ਗਿਆ ਕਿ ਯਾਰ ਵੀ ਕੁਛ ਕਰਨਾ ਚਾਹੀਦਾ ਕਰੀਅਰ 'ਚ, ਕਿਉਂਕਿ ਹਰ ਬੰਦੇ ਦਾ ਇੱਕ ਡਰੀਮ ਹੁੰਦਾ ਹੈ ਕਿ ਕਾਲਜ ਲਾਈਫ 'ਚ ਅਗਰ ਥੋੜ੍ਹੇ ਜਿਹੇ ਪੈਸੇ ਐਕਸਟਰਾ ਆਉਣ ਲੱਗ ਜਾਣ ਨਾ ਘਰਦਿਆਂ ਤੋਂ ਸਾਈਡ 'ਤੇ, ਤਾਂ ਥੋੜ੍ਹੇ ਜ਼ਿਆਦਾ ਮਜ਼ੇ ਹੋ ਜਾਣਗੇ ਲਾਈਫ 'ਚ। ਇੱਦਾਂ ਹੀ ਹੁੰਦਾ ਨਾ ਸਾਰਿਆਂ ਨਾਲ। ਅਤੇ ਮੈਨੂੰ ਮੇਰੇ ਇੱਕ ਦੋਸਤ ਮਿਲੇ, ਉਹਨਾਂ ਨੇ ਮੇਰੇ ਨਾਲ ਸ਼ੇਅਰ ਕੀਤਾ, ਕਹਿੰਦੇ ਇੱਦਾਂ ਇੱਦਾਂ ਕੰਪਨੀ ਹੈ, ਇੱਦਾਂ ਪੈਸੇ ਲਾਣੇ ਹੈ, ਇੱਦਾਂ ਤਾਂ ਕੁਛ ਨਹੀਂ ਕਰਨਾ, ਬਸ ਕਹਿੰਦੇ ਤੈਨੂੰ ਪੈਸਾ ਆਊਗਾ। ਕਿਉਂਕਿ ਯੰਗ ਸੀ, ਮੈਂ ਕਿਹਾ ਕੋਈ ਪ੍ਰੋਬਲਮ ਨਹੀਂ, ਤੂੰ ਪੈਸੇ ਲੈ ਲੈ, ਲਾ ਲੈ। ਕਿਉਂਕਿ ਮੈਨੂੰ ਕੀ ਕਿਹਾ ਗਿਆ ਸੀ, ਕੁਛ ਨਹੀਂ ਕਰਨਾ। ਮੈਂ ਕਿਹਾ ਠੀਕ ਹੈ, ਫਿਰ ਹੋਰ ਕੀ ਚਾਹੀਦਾ। ਅਤੇ ਬਾਅਦ 'ਚ ਮੈਨੂੰ ਥੋੜ੍ਹਾ ਜਿਹਾ ਪਤਾ ਲੱਗਿਆ ਵੀ ਉਹ ਕੁਛ ਵੀ ਕਰਨਾ ਨਹੀਂ ਤਾਂ ਕੁਛ ਵੀ ਆਉਣਾ ਨਹੀਂ ਹੈਗਾ। ਅਤੇ ਫਿਰ ਮੈਂ ਇੱਕ ਚੀਜ਼ ਹੋਰ ਵੀ ਸਮਝੀ ਕਿ ਸ਼ਾਇਦ ਜੇ ਮੈਂ ਕੰਮ ਕਿਸੇ ਹੋਰ ਨਾਲ ਸ਼ੇਅਰ ਕਰਿਆ ਤਾਂ ਵੀ ਪ੍ਰੋਬਲਮ ਆ ਸਕਦੀ ਆਉਣ ਵਾਲੇ ਟਾਈਮ 'ਚ, ਕਿਉਂਕਿ ਉਹ ਸ਼ੋਰਟ ਟਰਮ 'ਚ ਇਨਕਮ ਹੈਗੀ ਸੀ, ਸ਼ੋਰਟ ਟਰਮ ਸੀ, ਬਟ ਲੌਂਗ ਟਰਮ 'ਚ ਉਹਦਾ ਲੋਸ ਸੀ। ਤੁਸੀਂ ਸਮਝ ਗਏ ਹੋਗੇ ਮੈਂ ਕਿੱਦਾਂ ਦੀ ਗੱਲ ਕਰ ਰਿਹਾ। ਸਾਰਿਆਂ ਦਾ ਹੁੰਦਾ ਇੱਦਾਂ ਦਾ ਐਕਸਪੀਰੀਅੰਸ। ਸੋ ਮੇਰਾ ਵੀ ਇੱਦਾਂ ਦਾ ਐਕਸਪੀਰੀਅੰਸ ਰਿਹਾ, ਅਤੇ ਮੈਂ ਉਸ ਕੰਮ ਨੂੰ ਛੱਡਤਾ। ਸੋ ਫਸਟ ਈਅਰ ਕੰਪਲੀਟ ਹੋਇਆ ਬੀਟੈਕ ਦਾ, ਅਤੇ ਮੇਰਾ ਸੈਕਿੰਡ ਈਅਰ ਸ਼ੁਰੂ ਹੋ ਗਿਆ। ਸੈਕਿੰਡ ਈਅਰ 'ਚ ਟੈਨਸ਼ਨ ਥੋੜ੍ਹੀ ਹੋਰ ਵੱਧ ਗਈ। ਠੀਕ ਹੈ ਜੀ, ਕਿਉਂਕਿ ਸੈਕਿੰਡ ਈਅਰ 'ਚ ਕੀ ਹੁੰਦਾ, ਤੁਹਾਡਾ ਨਾ ਸਾਰੇ ਕਾਲਜ ਦੇ ਜਿਹੜੇ ਸੀਨੀਅਰ ਹੁੰਦੇ ਉਹਨਾਂ ਨਾਲ ਗੱਲਬਾਤ ਸ਼ੁਰੂ ਹੋ ਜਾਂਦੀ ਹੈ। ਪਤਾ ਲੱਗਣ ਲੱਗ ਜਾਂਦਾ ਕਿ ਸੀਨੀਅਰ ਦਾ ਫਿਊਚਰ ਕੀ ਹੈ, ਇੰਨੇ ਪਾਸ ਆਊਟ ਹੋਏ, ਇੰਨਿਆਂ ਨੂੰ ਜੋਬ ਮਿਲੀ, ਇੰਨੇ ਕਿੱਧਰ ਗਏ, ਇੰਨੇ ਕਿੱਧਰ ਗਏ। ਸੋ ਮੈਨੂੰ ਸਾਰਾ ਕੁਛ ਕਲੀਅਰ ਹੋਣਾ ਸ਼ੁਰੂ ਹੋ ਗਿਆ। ਮੈਂ ਕਿਹਾ ਵੀ ਟਫ ਲੱਗ ਰਿਹਾ, ਕਿਉਂਕਿ ਸਟੱਡੀ 'ਚ ਮੈਂ ਬੜਾ ਮੀਡੀਅਮ ਹੈ। ਸਟੱਡੀ ਮੇਰੀ ਇੰਨੀ ਹਾਈ ਨਹੀਂ ਕਿ ਮੈਂ 80-90% ਲੈ ਕੇ ਪਾਸ ਹੋਵਾਂ, ਸਟੱਡੀ 'ਚ ਮੈਂ 70 ਦੀ ਐਵਰੇਜ 'ਚ ਰਿਹਾ ਹਮੇਸ਼ਾ। ਤਾਂ ਉੱਥੇ ਮੈਨੂੰ ਲੱਗਿਆ ਕਿ ਯਾਰ ਨਹੀਂ, ਹਲੇ ਵੀ ਆਪਾਂ ਨੂੰ ਹੋਰ ਕੋਸ਼ਿਸ਼ ਕਰਨੀ ਚਾਹੀਦੀ ਹੈ। ਅਤੇ ਮੇਰੇ ਦੋਸਤ ਨੇ ਮਿਸਟਰ ਜਸਪ੍ਰੀਤ ਸਿੰਘ, ਥੋੜ੍ਹਾ ਜਿਹਾ ਮੈਂ ਦੱਸਾਂ ਸਟੋਰੀ ਫੋਰਐਵਰ 'ਚ। ਥੈਂਕ ਯੂ। ਮੇਰੇ ਨਾਲ ਕੁਛ ਇੱਦਾਂ ਹੋਇਆ ਕਿ ਉਹ ਨਾ ਨਰਸਰੀ ਕਲਾਸ ਤੋਂ ਲੈ ਕੇ 10th ਤੱਕ ਮੇਰੇ ਨਾਲ ਪੜ੍ਹੇ ਨੇ, 12 ਸਾਲ ਕਾਫੀ ਲੰਬਾ ਟਾਈਮ ਹੁੰਦਾ। ਅਤੇ ਉਹ ਤੋਂ ਬਾਅਦ ਜਦੋਂ ਤੁਸੀਂ ਬੀਟੈਕ 'ਚ ਆਏ ਤਾਂ ਉਹ ਮੈਨੂੰ ਵੀ ਨਹੀਂ ਮਿਲਦੇ ਸੀ, ਅਤੇ ਮੈਂ ਉਹਨਾਂ ਨੂੰ ਨਹੀਂ ਮਿਲਦਾ ਸੀ। ਤਾਂ ਇੱਕ ਦਿਨ ਉਹ ਮੈਨੂੰ ਇੱਦਾਂ ਕਰੋਸ ਕਰ ਰਹੇ ਸੀ, ਮੈਂ ਉਹਨਾਂ ਨੂੰ ਕਹਿ ਰਿਹਾ ਸੀ 1 ਮਿੰਟ ਰੁਕ ਜਾ, ਬਹੁਤ ਦੇਰ ਬਾਅਦ ਮਿਲੇ, ਰੁਕ ਜਾ। ਉਹ ਕਹਿੰਦੇ ਟਾਈਮ ਨਹੀਂ ਹੈ, ਮੈਂ ਬਹੁਤ ਬਿਜ਼ੀ ਹਾਂ ਅੱਜ ਕੱਲ੍ਹ। ਤਾਂ ਮੇਰਾ ਥੋੜ੍ਹਾ ਜਿਹਾ ਬ੍ਰੇਨ ਔਨ ਹੋ ਗਿਆ। ਮੈਂ ਕਿਹਾ ਵੀ ਗੱਲ ਤਾਂ ਹੈਗੀ ਹੈ ਕੋਈ। ਮੈਂ ਕਿਹਾ ਵੀ ਤੂੰ ਕਰਨ ਕੀ ਲੱਗ ਗਿਆ? ਮੇਰਾ ਆਫਿਸ ਹੈ, ਕਹਿੰਦਾ ਮੈਂ ਨਹੀਂ ਤੈਨੂੰ ਮਿਲ ਸਕਦਾ। ਮੈਨੂੰ ਫਿਰ ਥੋੜ੍ਹੀ ਟੈਨਸ਼ਨ ਹੋ ਗਈ। ਮੈਂ ਕਿਹਾ ਚੱਲ 1 ਮਿੰਟ ਦੱਸ ਦੇ ਤੂੰ ਹੁੰਦਾ ਕਿਤੇ? ਕਹਿੰਦਾ ਮੈਂ ਤਾਂ 11 ਫੇਸ ਉਹਨਾਂ ਮਿਲਣਾ ਹੋਇਆ ਉੱਥੇ ਆ ਜੀ। ਤਾਂ ਮੇਰੇ ਤੋਂ ਰਿਹਾ ਨਹੀਂ ਗਿਆ, ਮੈਂ ਨੈਕਸਟ ਡੇ 10 ਵਜੇ 11 ਫੇਸ ਮੋਹਾਲੀ ਆਫਿਸ ਵਿਜ਼ਿਟ ਕੀਤਾ। ਹੁਣ ਮੈਂ ਤੁਹਾਨੂੰ ਥੋੜ੍ਹਾ ਜਿਹਾ ਆਪਣਾ ਐਕਸਪੀਰੀਅੰਸ ਸ਼ੇਅਰ ਕਰਦਾ। ਜਦੋਂ ਮੈਂ ਮੋਹਾਲੀ ਆਫਿਸ ਐਂਟਰ ਕੀਤਾ, ਮੈਨੂੰ ਪਤਾ ਨਹੀਂ ਉਦੋਂ ਕੀ ਐਨਰਜੀ ਮਿਲੀ, ਮੈਨੂੰ ਕਲੀਅਰ ਹੋ ਗਿਆ। ਮੈਂ ਕਿਹਾ ਮੈਂ ਕਿਸੇ ਸਹੀ ਜਗ੍ਹਾ ਪਹੁੰਚ ਗਿਆ, ਕਿਉਂਕਿ ਮੇਰਾ ਜੋ ਐਕਸਪੀਰੀਅੰਸ ਰਿਹਾ ਲਾਈਫ ਦਾ, ਮੈਂ ਅੱਜ ਤੱਕ ਕਿਸੇ ਕੰਪਨੀ ਦਾ ਆਫਿਸ ਨਹੀਂ ਦੇਖਿਆ ਰੀਅਲ 'ਚ ਬਣਿਆ ਹੋਇਆ। ਠੀਕ ਹੈ ਜੀ। ਅਤੇ ਜਦੋਂ ਫੋਰਐਵਰ ਆਫਿਸ ਐਂਟਰ ਕੀਤਾ, ਉਹ ਇੰਨਾ ਸੋਹਣਾ ਮੇਨਟੇਨਡ ਆਫਿਸ ਆਪਣਾ ਫੋਰਐਵਰ ਦਾ, ਮੈਨੂੰ ਲੱਗਿਆ ਯਾਰ ਕਿ ਵੀ ਕੰਪਨੀ ਤਾਂ ਕੋਈ ਦਮ ਵਾਲੀ ਲੱਗਦੀ ਹੈ। ਉਹ ਤੋਂ ਬਾਅਦ ਮੈਂ ਉੱਪਰਲੀ ਫਸਟ ਫਲੋਰ 'ਤੇ ਗਿਆ, ਉੱਥੇ ਰਾਊਂਡ ਟੇਬਲ ਲੱਗੇ ਨੇ, ਸਾਰੇ ਬੰਦੇ ਨਾ ਸਿਸਟਮ 'ਚ ਬੈਠੇ ਸੀ ਟੇਬਲਸ 'ਤੇ। ਮੈਂ ਕਿਹਾ ਯਾਰ ਵੀ ਥੋੜ੍ਹਾ ਜਿਹਾ ਮੈਂ ਆਪਣੇ ਸ਼ੂਜ਼ ਵੱਲ ਦੇਖਿਆ, ਮੈਂ ਕਿਹਾ ਵੀ ਠੀਕ ਵੀ ਲੱਗ ਰਿਹਾ, ਅੱਜ ਮੈਂ ਵੀ ਬਹੁਤ ਵਧੀਆ ਜਗ੍ਹਾ 'ਤੇ ਆ ਗਿਆ। ਅਤੇ ਮੈਨੂੰ ਇੰਟਰੋਡਕਸ਼ਨ ਹੋਈ ਫੋਰਐਵਰ ਨਾਲ, ਜਿੱਦਾਂ ਸੁਮਿਤ ਸਰ ਦੱਸ ਰਹੇ ਸੀ ਉਹੀ ਮੇਰੇ ਨਾਲ ਹੋਇਆ ਕਿ ਮੈਨੂੰ ਕੁਛ ਵੀ ਨਹੀਂ ਸਮਝ ਆਇਆ ਇੰਟਰੋਡਕਸ਼ਨ 'ਚ। ਤੁਹਾਡੇ ਨਾਲ ਵੀ ਇੱਦਾਂ ਹੀ ਹੋਇਆ ਸੀ ਫਸਟ ਟਾਈਮ? ਸਾਰਿਆਂ ਨਾਲ ਹੀ ਹੁੰਦਾ। ਮੈਨੂੰ ਕੁਛ ਨਹੀਂ ਸਮਝ ਆਇਆ ਇੰਟਰੋਡਕਸ਼ਨ 'ਚ, ਸਿਰਫ ABC ਸਮਝ ਆ ਗਈ ਕਿ ਯਾਰ ਪ੍ਰੋਡਕਟ ਮੇਰੇ ਮਤਲਬ ਦਾ ਹੈ,
ਮੈਨੂੰ ਥੋੜੀ ਜਿਹੀ ਸਕਿਨ ਪ੍ਰੋਬਲਮ ਸੀ ਤੇ ਮੇਰੇ ਮਦਰ ਨੂੰ ਬੈਕ ਪੇਨ ਰਹਿੰਦੀ ਸੀ ਬਹੁਤ ਜ਼ਿਆਦਾ, ਤਾਂ ਮੈਨੂੰ ਉੱਥੋਂ ਲੱਗਿਆ ਕਿ ਵੀ ਪ੍ਰੋਡਕਟ ਤਾਂ ਮਤਲਬ ਦਾ। ਫਿਰ ਮੈਂ ਪੁੱਛਿਆ ਕਿ ਜੁਆਇਨਿੰਗ ਵਗੈਰਾ, ਉਹ ਕਹਿੰਦੇ ਫ੍ਰੀ ਹੈ। ਮੈਂ ਕਿਹਾ ਫਿਰ ਤਾਂ ਮਜ਼ਾ ਹੀ ਆ ਗਿਆ। ਠੀਕ ਹੈ, ਤੇ ਉਸ ਤੋਂ ਬਾਅਦ ਮੈਂ ਆਪਣੀ ਜਰਨੀ ਸ਼ੁਰੂ ਕੀਤੀ। ਉਹ ਤੋਂ ਬਾਅਦ ਮੈਂ ਹੁਣ ਨੈਕਸਟ ਤੁਹਾਡੇ ਨਾਲ ਕੁਝ ਟਿਪਸ ਸ਼ੇਅਰ ਕਰਦਾ। ਅਸਿਸਟੈਂਟ ਸੁਪਰਵਾਈਜ਼ਰ ਮੇਰਾ ਹੋ ਗਿਆ, ਬਟ ਮੈਂ ਇਸ ਬਿਜ਼ਨਸ ਦੇ ਨਾ ਬੇਸਿਕ ਨਹੀਂ ਸਮਝ ਪਾ ਰਿਹਾ ਸੀ। ਮੈਨੂੰ ਦੱਸਿਆ ਗਿਆ, ਕਹਿੰਦੇ ਵੀ ਤੁਸੀਂ ਕੀ ਅਟੈਂਡ ਕਰਨੀ ਹੈ, ਟ੍ਰੇਨਿੰਗਸ। ਤੁਹਾਨੂੰ ਵੀ ਸਾਰਿਆਂ ਨੂੰ ਇੱਦਾਂ ਹੀ ਦੱਸਿਆ, ਮੈਨੂੰ ਵੀ ਇੱਦਾਂ ਹੀ ਦੱਸਿਆ, ਕਹਿੰਦੇ ਟ੍ਰੇਨਿੰਗਸ ਅਟੈਂਡ ਕਰਨੀ ਹੈ। ਠੀਕ, ਮੈਂ 2-4 ਦਿਨ ਟ੍ਰੇਨਿੰਗ ਲਾਈਆਂ। ਫਿਰ ਮੈਂ ਕਿਹਾ ਯਾਰ ਮੈਥੋਂ ਨਹੀਂ ਲੱਗਣੀ ਆ ਇਹ, ਮੈਂ ਆਪਣੇ ਆਪ ਨੂੰ ਕਹਿ ਰਿਹਾ ਮੈਥੋਂ ਨਹੀਂ ਲੱਗਣੀ ਆ। ਤੇ ਉਹਦਾ ਨਤੀਜਾ ਕੀ ਹੋਇਆ, ਮੈਨੂੰ ਸੀਨੀਅਰ ਕਹਿੰਦੇ ਸੀ ਕਿ ਟ੍ਰੇਨਿੰਗ ਲਾਣੀ ਹੈ। ਮੈਂ ਉਹਨਾਂ ਨੂੰ ਕਹਿੰਦਾ ਸੀ ਯਾਰ ਵੀ ਟ੍ਰੇਨਿੰਗ 'ਚ ਵੜ ਦਿੰਦੇ ਆ, ਸਾਰਾ ਦਿਨ ਖਤਮ ਹੋ ਜਾਂਦਾ, ਨਿਕਲਦਾ ਤਾਂ ਕੁਛ ਹੈ ਨਹੀਂ। ਠੀਕ ਹੈ, ਵੀ ਪੈਸਾ ਪਤਾ ਨਹੀਂ ਕਿੱਦਾਂ ਆਊਗਾ, ਅੰਦਰ ਹੀ ਵੜੀ ਜਾਂਦੇ ਟ੍ਰੇਨਿੰਗਾਂ 'ਚ। ਮੈਂ ਇਹਦੇ ਬੇਸਿਕ ਨਹੀਂ ਸਮਝ ਰਿਹਾ ਸੀ। ਸ਼ਾਇਦ ਆਪਣੇ 'ਚੋਂ ਕਈਆਂ ਨਾਲ ਇੱਦਾਂ ਹੁੰਦਾ ਹੋਵੇ, ਮੇਰੇ ਨਾਲ ਇੱਦਾਂ ਬਹੁਤ ਜ਼ਿਆਦਾ ਹੋਇਆ। ਤੇ ਉਹਦਾ ਸਾਈਡ ਇਫੈਕਟ ਕੀ ਹੋਇਆ ਕਿ ਦੇਖੋ ਅਪਲਾਈਨ ਕੋਲ ਬਹੁਤ ਸਾਰੇ ਬੰਦੇ ਹੁੰਦੇ, ਸਮਝਦੇ ਹੋ ਨਾ, ਫ੍ਰੀ ਉਹ ਵੀ ਨਹੀਂ ਹੁੰਦਾ ਆਪਣੇ ਵਾਸਤੇ। ਤੇ ਮੇਰੀ ਅਪਲਾਈਨ ਨੂੰ ਲੱਗਿਆ ਵੀ ਇਹ ਥੋੜਾ ਹੋਰ ਟਾਈਪ ਦਾ ਬੰਦਾ, ਇਹਨੂੰ ਸਿੱਧਾ ਹੋਰ ਤਰੀਕੇ ਨਾਲ ਕਰਨਾ ਪੈਣਾ। ਉਹਨਾਂ ਨੇ ਮੈਨੂੰ ਕਹਿਣਾ ਹੀ ਛੱਡਤਾ ਟ੍ਰੇਨਿੰਗ ਵਾਸਤੇ, ਉਹਨਾਂ ਨੇ ਛੱਡਤਾ, ਮੈਂ ਲਾਣੀ ਛੱਡਤੀ ਟ੍ਰੇਨਿੰਗ। ਕਦੇ ਮਤਲਬ ਹਫਤੇ 'ਚ 1 ਜਾਂ 2 ਟ੍ਰੇਨਿੰਗ ਮੈਂ ਅਟੈਂਡ ਕਰ ਲੈਂਦਾ ਸੀ। ਤੇ ਉਹਦਾ ਫਿਰ ਮੈਨੂੰ ਰਿਜ਼ਲਟ ਪਤਾ ਜੀ ਕੀ ਮਿਲਿਆ, ਕਿ ਮੈਂ ਸੁਪਰਵਾਈਜ਼ਰ ਹੀ ਨਹੀਂ ਬਣਿਆ। ਮੈਂ ਸਕਸੈਸ ਡੇ ਤੇ ਆਉਂਦਾ ਸੀ, ਇੰਨੇ ਜ਼ਿਆਦਾ ਸੁਪਰਵਾਈਜ਼ਰਸ, ਮੈਂ ਸੋਚਦਾ ਮੈਂ ਕਦੋਂ ਬਣਾਂਗਾ। ਤੇ ਜਦੋਂ 1 ਸਾਲ ਕੰਪਲੀਟ ਹੋ ਗਿਆ, ਮੈਂ ਸੁਪਰਵਾਈਜ਼ਰ ਨਹੀਂ ਬਣਿਆ, ਤਾਂ ਮੈਂ ਦੁਬਾਰਾ ਆਪਣੀ ਅਪਲਾਈਨ ਦੇ ਕਿੱਥੇ ਗਿਆ, ਪੈਰਾਂ 'ਚ ਗਿਆ। ਮੈਂ ਕਿਹਾ ਸਰ ਵੀ ਕੀ ਹੋ ਰਿਹਾ, ਮੈਨੂੰ ਦੱਸੋ ਥੋੜ੍ਹਾ ਜਿਹਾ। ਮੈਂ ਕਿਹਾ ਜੋ ਤੁਸੀਂ ਕਹੋਗੇ ਮੈਂ ਕਰਨ ਨੂੰ ਤਿਆਰ ਹਾਂ। ਉਹ ਕਹਿੰਦੇ ਜੋ ਤੈਨੂੰ ਬਸ ਪਹਿਲੇ ਦਿਨ ਦੱਸਿਆ ਸੀ ਉਹ ਅੱਜ ਫੇਰ ਦੱਸਣ ਲੱਗਿਆ, ਦੁਬਾਰਾ ਫੇਰ ਸੁਣ ਲੈ। ਕਹਿੰਦੇ 80% ਇਹ ਬਿਜ਼ਨਸ ਅੰਡਰਸਟੈਂਡਿੰਗ ਦਾ ਹੈ। ਕਾਹਦਾ ਜੀ? 80% ਅੰਡਰਸਟੈਂਡਿੰਗ ਹੈ ਤੇ 20% ਓਨਲੀ ਵਰਕ ਹੈ। ਕਹਿੰਦੇ ਤੂੰ ਪੁੱਠਾ ਕਰ ਰਿਹਾ ਹੈ, ਤੂੰ ਕੀ ਕਰ ਰਿਹਾ, 80% ਵਰਕ ਕਰ ਰਿਹਾ ਤੇ 20% ਅੰਡਰਸਟੈਂਡ ਕਰ ਰਿਹਾ। ਕਹਿੰਦੇ ਗੁਰਵਿੰਦਰ ਤੂੰ ਭੁੱਲ ਰਿਹਾ ਹੈ ਕਿ ਤੂੰ ਵੀ ਕਿਸੇ ਦੀ ਅਪਲਾਈਨ ਹੈ। ਮੈਂ ਸੋਚਿਆ ਹਾਂ ਮੈਂ ਇਹ ਚੀਜ਼ ਤਾਂ ਕਦੇ ਫੀਲ ਨਹੀਂ ਕਰੀ ਕਿ ਮੈਂ ਵੀ ਕਿਸੇ ਦੀ ਅਪਲਾਈਨ ਹੈ, ਕੱਲ੍ਹ ਨੂੰ ਮੈਂ ਵੀ ਕਿਸੇ ਨੂੰ ਗਾਈਡ ਕਰਨਾ, ਟੀਚ ਕਰਨਾ। ਮੇਰੇ 'ਚ ਤਾਂ ਹੈ ਹੀ ਨਹੀਂ ਐਨਫ ਨੌਲੇਜ, ਮੈਂ ਕਿੱਦਾਂ ਕਿਸੇ ਨੂੰ ਕਲੀਅਰ ਕਰਾਂਗਾ ਕਿ ਦੁਨੀਆ ਦਾ ਸਭ ਤੋਂ ਬੜਾ ਪਲੇਟਫਾਰਮ ਹੈ। ਕਲੀਅਰ ਕਰ ਰਹੇ ਜੀ ਮੇਰੀ ਗੱਲ ਨੂੰ, ਮੈਂ ਕੀ ਦੱਸ ਰਿਹਾ, ਠੀਕ ਹੈ ਨਾ। ਤੁਸੀਂ ਇਹ ਚੀਜ਼ ਹਮੇਸ਼ਾ ਯਾਦ ਰੱਖਣੀ ਹੈ, ਚਾਹੇ ਤੁਹਾਡਾ ਫਸਟ ਡੇ ਹੈ, ਚਾਹੇ ਤੁਹਾਨੂੰ 1 ਸਾਲ ਹੋ ਗਿਆ ਜਾਂ 5 ਸਾਲ ਹੋ ਗਏ ਫੋਰਐਵਰ 'ਚ, ਕਿ ਤੁਸੀਂ ਵੀ ਕਿਸੇ ਦੀ ਕੀ ਬਣਨ ਵਾਲੇ ਹੋ ਬੜੀ ਜਲਦੀ, ਅਪਲਾਈਨ। ਤਾਂ ਆਪਾਂ ਹਮੇਸ਼ਾ ਰੈਡੀ ਰਹਿਣਾ ਇੱਕ ਐਜ਼ ਅ ਅਪਲਾਈਨ, ਐਜ਼ ਅ ਲੀਡਰ। ਆਪਾਂ ਮਿਸਟੇਕ ਨੂੰ ਦੁਹਰਾਉਣਾ ਨਹੀਂ ਹੈਗਾ ਕਿ ਆਪਾਂ ਟ੍ਰੇਨਿੰਗਸ ਨਹੀਂ ਲਾਈਆਂ ਤੇ ਆਪਣੇ ਅੰਦਰ ਐਨਫ ਨੌਲੇਜ ਨਹੀਂ ਹੈ ਜਿਹੜੀ ਆਪਾਂ ਉਹਨੂੰ ਕਲੀਅਰ ਕਰ ਪਾਈਏ। ਸੋ ਜਦੋਂ ਮੈਨੂੰ ਸਾਰਾ ਬੇਸਿਕ ਕਲੀਅਰ ਹੋ ਗਏ, ਮੈਂ ਟ੍ਰੇਨਿੰਗ ਦਾ ਰੈਗੂਲਰ ਪਾਰਟ ਬਣ ਗਿਆ, ਰੈਗੂਲਰ ਟ੍ਰੇਨਿੰਗਾਂ ਲਾਈਆਂ। ਉਹ ਤੋਂ ਬਾਅਦ ਤਾਂ ਫਿਰ ਬਿਜ਼ਨਸ 'ਚ ਯੂ ਟਰਨ ਆ ਗਿਆ ਕੰਪਲੀਟਲੀ। ਸੁਪਰਵਾਈਜ਼ਰ ਤੋਂ ਬਾਅਦ ਮੇਰਾ ਮੈਨੇਜਰ ਹੋ ਗਿਆ, ਮੈਨੇਜਰ ਤੋਂ ਬਾਅਦ ਮੇਰਾ ਕਾਰ ਪਲਾਨ ਲੈਵਲ 1 ਹੋਇਆ। ਉਹ ਤੋਂ ਬਾਅਦ ਮੈਂ ਸੀਨੀਅਰ ਮੈਨੇਜਰ ਬਣਿਆ ਤੇ ਫਿਰ ਮੈਂ ਮਿਲੀਨੀਅਰ ਕਲੱਬ ਦਾ ਪਾਰਟ ਬਣਿਆ। ਉਹ ਤੋਂ ਬਾਅਦ ਮੈਂ ਸਪੇਨ ਦਾ ਈਗਲ ਕੁਆਲੀਫਾਈ ਕੀਤਾ ਤੇ ਇਸ ਸਾਲ ਮੈਂ ਅਮਰੀਕਾ ਦਾ ਈਗਲ ਕੁਆਲੀਫਾਈ ਕਰ ਚੁੱਕਿਆ। ਤੇ ਮੈਨੇਜਰ ਰੀਟਰੀਟ ਮੇਰੀ, ਥੈਂਕ ਯੂ ਸੋ ਮਚ। ਤੇ ਮੈਨੇਜਰ ਰੀਟਰੀਟ ਮੇਰੀ ਆਲਰੇਡੀ ਕੁਆਲੀਫਾਈ ਹੋ ਚੁੱਕੀ ਹੈ, ਜਿਹੜੀ ਸਰ ਦੱਸ ਰਹੀ ਸੀ ਕਿ ਹੁਣੇ ਜੂਨ 'ਚ ਟ੍ਰਿਪ ਜਾਣਾ। ਤੇ ਸਭ ਤੋਂ ਵਧੀਆ ਅਚੀਵਮੈਂਟ ਜਿਹੜੀ ਨੰਦਾ ਸਰ ਹਰ ਵਾਰ ਕਹਿੰਦੇ ਨੇ ਕਿ ਹਾਥੀ ਕੇ ਪਾਉ ਮੇ ਸਭ ਕਾ ਪਾਉ, ਮੈਂ ਅਸਿਸਟੈਂਟ ਸੁਪਰਵਾਈਜ਼ਰ ਤੇ ਚੀਜ਼ਾਂ ਇੱਥੇ ਫਿੱਟ ਕਰ ਲਈਆਂ ਸੀ। ਸਰ ਨੇ ਇੱਕੋ ਗੱਲ ਕਹੀ ਸੀ ਕਿ ਅਗਰ ਫੋਰਐਵਰ 'ਚ ਤੁਸੀਂ ਕਾਮਯਾਬ ਹੋਣਾ, ਕਦੇ ਵੀ ਇਹ ਟੈਨਸ਼ਨ ਨਹੀਂ ਲੈਣੀ ਕਿ ਮੇਰਾ AS ਕਦੋਂ ਹੋਇਆ, ਸੁਪਰਵਾਈਜ਼ਰ ਹੋ ਰਿਹਾ, ਮੈਨੇਜਰ ਹੋ ਰਿਹਾ, ਨਹੀਂ ਹੋ ਰਿਹਾ, ਇਹਦੀ ਟੈਨਸ਼ਨ ਕਦੇ ਨਹੀਂ ਲੈਣੀ। ਤੁਸੀਂ ਮੇਨ ਫੋਕਸ ਰੱਖਣਾ ਹੈ ਤਾਂ ਜਿਹੜਾ ਕਹਿ ਰਹੇ ਹਾਥੀ ਦੇ ਪਾਉ 'ਚ ਸਭ ਦਾ ਪਾਉ, ਕਿਹੜਾ ਹੈ ਜੀ ਉਹ? ਚੇਅਰਮੈਨ ਬੋਨਸ। ਠੀਕ ਹੈ ਜੀ, ਤੁਸੀਂ ਉੱਥੇ ਆਪਣੇ ਆਪ ਨੂੰ ਪ੍ਰੂਵ ਕਰ ਸਕਦੇ ਹੋ। ਤੁਸੀਂ ਚੇਅਰਮੈਨ ਬੋਨਸ ਤੇ ਅੱਖ ਰੱਖਣੀ ਹੈ, ਉਹਨੂੰ ਅੰਡਰਸਟੈਂਡ ਕਰਨਾ ਕਿ ਉਹ ਕਿੱਦਾਂ ਹੋ ਸਕਦਾ ਹੈ, ਕੀ ਗੇਮ ਹੈ। ਤੇ ਅਗਰ ਤੁਹਾਡਾ ਚੇਅਰਮੈਨ ਬੋਨਸ ਕੁਆਲੀਫਾਈ ਹੋ ਗਿਆ, ਵਧੀਆ ਗੱਲ। ਪਤਾ ਜੀ ਕੀ ਹੈ ਚੇਅਰਮੈਨ ਬੋਨਸ ਕੁਆਲੀਫਾਈ ਕਰਨ ਦੀ? ਕਿ ਜਿੰਨੀਆਂ ਵੀ ਬਾਕੀ ਅਚੀਵਮੈਂਟ ਆਪਾਂ ਫੋਰਐਵਰ 'ਚ ਦੇਖਦੇ ਹੋ ਸਾਰੀਆਂ ਆਪੇ ਹੋ ਜਾਂਦੀਆਂ। ਕਲੀਅਰ ਹੈ ਜੀ? ਤਾਂ ਚਾਹੁੰਦੇ ਜੀ ਆਪਾਂ ਵੀ ਸਾਰੇ ਕਿ ਰੀਅਲ 'ਚ ਕਾਮਯਾਬ ਹੋਈਏ, ਕਰੀਏ ਮਿਹਨਤ। ਊਬੀ ਸਰ ਨੇ ਜਿੱਦਾਂ ਹੁਣੇ ਦੱਸਿਆ ਕਿ ਉਹਨਾਂ ਦਾ ਡ੍ਰੀਮ ਕੀ ਸੀ, 2000 ਮਿਲੀਨੀਅਰ। ਮੈਂ ਉਦੋਂ ਅਸਿਸਟੈਂਟ ਸੁਪਰਵਾਈਜ਼ਰ ਹੁੰਦਾ ਸੀ, ਮੈਂ ਸਰ ਦੇ ਪੈਰੀ ਹੱਥ ਲਾਏ ਸੀ, ਮੋਹਾਲੀ ਆਫਿਸ ਆਏ ਸੀ ਊਬੀ ਸਰ, ਤੇ ਮੈਂ ਸਰ ਨੂੰ ਪ੍ਰੋਮਿਸ ਕਰਿਆ ਸੀ ਕਿ ਮੈਂ ਵੀ ਇੱਕ ਦਿਨ ਕੀ ਬਣਾਂਗਾ ਜੀ, ਮਿਲੀਨੀਅਰ। ਤੇ ਸਰ ਦਾ ਨੈਕਸਟ ਡ੍ਰੀਮ ਕੀ ਹੈ? 5000। ਪਤਾ ਲੱਗ ਗਿਆ ਸਾਰਿਆਂ ਨੂੰ? ਤੇ ਆਪਾਂ ਵੀ ਸਰ ਨੂੰ ਪ੍ਰੋਮਿਸ ਕਰਨਾ ਹੈ ਕਿ ਨੈਕਸਟ ਈਅਰ ਜਿਹੜਾ ਫਾਈਨੈਂਸ਼ੀਅਲ ਈਅਰ ਆ, ਆਪਾਂ ਸਾਰੇ ਕੀ ਬਣ ਕੇ ਆਵਾਂਗੇ? ਪੱਕਾ ਕੀ ਬਣਾਂਗੇ? ਠੀਕ ਹੈ ਜੀ, ਥੈਂਕ ਯੂ। ਮੈਂ ਤੁਹਾਡੇ ਨਾਲ ਕੁਝ ਟਿਪਸ ਡਿਸਕਸ ਕਰਾਂਗਾ। ਕਹਿੰਦੇ ਅ ਸਮੂਥ ਸੀ ਨੈਵਰ ਮੇਡ ਅ ਸਕਿਲਫੁਲ ਮੈਰੀਨਰ। ਕਈ ਵਾਰੀ ਕੀ ਹੁੰਦਾ ਕਿ ਹੁਣ ਜਦੋਂ ਅਚੀਵਮੈਂਟਸ ਬਹੁਤ ਵਧੀਆ, ਕਾਫੀ ਸਾਰੇ ਲੀਡਰਸ ਨੇ, ਬਹੁਤ ਸਾਰੇ ਅਚੀਵਮੈਂਟ ਨੇ, ਜਦੋਂ ਆਪਾਂ ਆਨੇ ਆ ਅੱਗੇ
ਤਾਂ ਕੀ ਸ਼ੁਰੂ ਹੋ ਜੰਨੇ ਜੀ ਆਣੇ, ਓਬਸਟੈਕਲ, ਥੋੜ੍ਹੇ ਜਿਹੇ ਚੈਲੰਜ ਆਣੇ ਸ਼ੁਰੂ ਹੋ ਜਾਂਦੇ ਆ। ਤਾਂ ਕਿਉਂਕਿ ਮੈਂ ਆਪਣਾ ਐਕਸਪੀਰੀਅੰਸ ਗੱਲ ਕਰਾਂ, ਮੈਂ ਪਹਿਲਾਂ ਕਦੇ ਕੋਈ ਬਿਜ਼ਨਸ ਕਰਿਆ ਨਹੀਂ ਸੀ ਲਾਈਫ 'ਚ, ਬਿਲਕੁਲ 20 ਦੀ ਏਜ 'ਚ ਮੈਂ ਫੋਰਐਵਰ 'ਚ ਐਂਟਰ ਹੋ ਗਿਆ ਸੀ। 20 ਸਾਲ ਦੀ ਏਜ ਕੋਈ ਜ਼ਿਆਦਾ ਤਾਂ ਨਹੀਂ ਹੁੰਦੀ, ਠੀਕ ਹੈ ਜੀ। ਤਾਂ 20 ਸਾਲ ਦੀ ਏਜ 'ਚ ਮੈਂ ਜਦੋਂ ਐਂਟਰ ਹੋਇਆ ਤਾਂ ਚੈਲੰਜ ਨੈਚੁਰਲੀ ਆਣੇ ਹੀ ਸੀ, ਸਾਰਿਆਂ ਨੂੰ ਆਣੇ ਸੀ। ਪਹਿਲਾ ਚੈਲੰਜ ਮੇਰੇ ਲਈ ਮੇਰੀ ਫੈਮਿਲੀ ਸੀ, ਕਿਉਂਕਿ ਮੇਰੇ ਫਾਦਰ ਸਾਹਿਬ ਗੌਰਮੈਂਟ ਜੋਬ ਤੋਂ ਰਿਟਾਇਰਡ ਨੇ, ਠੀਕ ਹੈ, ਜ਼ਮੀਨ ਹੈਗੀ ਆ। ਉਹ ਕਹਿੰਦੇ ਵੀ ਮੈਨੂੰ ਨਹੀਂ ਲੱਗਦਾ ਵੀ ਤੂੰ ਸਹੀ ਜਾ ਰਿਹਾ। ਮੈਂ ਉਹਨਾਂ ਨੂੰ ਇੱਕੋ ਗੱਲ ਕਹੀ ਸੀ ਕਿ ਡੈਡੀ ਜੇ ਤਾਂ ਤੁਸੀਂ ਮੈਨੂੰ ਕੁਛ ਕਰੋੜ ਰੁਪਏ ਦੇ ਸਕਦੇ ਤਾਂ ਮੈਂ ਆਪਣਾ ਸ਼ੋਰੂਮ ਖੋਲ੍ਹ ਲਾਂਗਾ, ਅਗਰ ਨਹੀਂ ਪੋਸੀਬਲ ਤਾਂ ਮੈਂ ਤੁਹਾਡਾ ਪੈਸੇ ਨਹੀਂ ਲਊਂਗਾ, ਬਟ ਮੈਨੂੰ 2 ਸਾਲ ਦਾ ਟਾਈਮ ਚਾਹੀਦਾ ਪ੍ਰੂਫ ਕਰਨ ਲਈ। ਤਾਂ ਉਹਨਾਂ ਨੇ ਮੈਨੂੰ ਇੱਕੋ ਗੱਲ ਕਹੀ ਸੀ ਕਿ ਚੱਲ ਤੈਨੂੰ 2 ਸਾਲ ਦਾ ਛੱਡ, 3 ਸਾਲ ਦਾ ਟਾਈਮ ਦਿੱਤਾ, ਤੂੰ ਪ੍ਰੂਫ ਕਰ। ਅਤੇ ਫਿਰ ਮੈਂ 1.5 ਸਾਲ ਦੀ ਮਿਹਨਤ ਕਰਕੇ ਫੋਰਐਵਰ 'ਚ ਆਪਣੀ ਵਰਨਾ ਗੱਡੀ ਬਾਏ ਕੀਤੀ ਸੀ ਇੱਥੋਂ। ਥੈਂਕ ਯੂ। ਪਰਸਨਲ ਕਾਰ ਕਿੱਦਾਂ ਦਾ ਲੱਗਦਾ ਜੀ? ਪਰਸਨਲ ਕਾਰ ਮਜ਼ਾ ਆਉਂਦਾ ਸਾਰਿਆਂ ਨੂੰ, ਕਿਉਂਕਿ ਹਰ ਪਰਸਨ ਦਾ ਡਰੀਮ ਹੁੰਦਾ, ਖਾਸ ਤੌਰ 'ਤੇ ਯੰਗ ਪਰਸਨ ਦਾ, ਕਿ ਯਾਰ ਮੇਰੇ ਕੋਲ ਜੇ ਆਪਣੀ ਕਾਰ ਹੋਵੇ ਮਜ਼ਾ ਆ ਜਾਵੇ ਲਾਈਫ 'ਚ। ਸੋ ਮੈਂ ਆਪਣੀ ਵਰਨਾ ਕਾਰ 1.5 ਸਾਲ ਪਹਿਲਾਂ ਇੱਥੋਂ ਬਿਜ਼ਨਸ 'ਚੋਂ ਪਰਚੇਜ਼ ਕਰ ਲਈ ਸੀ। ਅਤੇ ਜਿਹੜੇ ਓਬਸਟੈਕਲ ਆਉਂਦੇ ਆ ਆਪਣੇ ਬਿਜ਼ਨਸ 'ਚ, ਆਪਾਂ ਉਹਨਾਂ ਨੂੰ ਥੋੜ੍ਹਾ ਸਮਝਣਾ ਹੈ। ਕਈ ਵਾਰੀ ਆਪਾਂ ਓਬਸਟੈਕਲ ਮਤਲਬ ਪ੍ਰੋਬਲਮ, ਚੈਲੰਜ, ਆਪਾਂ ਉਹਨੂੰ ਪ੍ਰੋਬਲਮ ਸਮਝ ਕੇ ਨਾ ਪਿੱਛੇ ਹਟ ਜਾਂਦੇ ਹਾਂ। ਜਦ ਕਿ ਹਮੇਸ਼ਾ ਯਾਦ ਰੱਖੋ, ਓਬਸਟੈਕਲ ਇਜ਼ ਓਪਰਚੁਨਿਟੀ। ਜਦੋਂ ਕੋਈ ਓਬਸਟੈਕਲ ਹੁੰਦਾ ਹੈ ਤਾਂ ਉਹ ਇੱਕ ਲੀਡਰ ਲਈ ਉਹ ਓਪਰਚੁਨਿਟੀ ਹੁੰਦੀ ਹੈ। ਤਾਂ ਜਦੋਂ ਤੁਹਾਨੂੰ ਕੋਈ ਓਬਸਟੈਕਲ ਆਵੇ, ਤੁਸੀਂ ਓਬਸਟੈਕਲ ਵੱਲ ਫੋਕਸ ਨਾ ਕਰੋ, ਥੋੜ੍ਹਾ ਜਿਹਾ ਉਹਦੇ 'ਚ ਓਪਰਚੁਨਿਟੀ ਦੇਖੋ ਕਿ ਆਪਣੇ ਲਈ ਓਪਰਚੁਨਿਟੀ ਕੀ। ਜਿੱਦਾਂ ਹੁਣੇ ਸਰ ਨੇ ਦੱਸਿਆ ਕਿ ਹਰਿਆਣਾ ਅਤੇ ਹਿਮਾਚਲ 'ਚ ਕੀ ਨਹੀਂ ਹੈਗਾ, ਆਫਿਸ ਨਹੀਂ ਹੈਗਾ। ਹੁਣ ਕਈ ਪਰਸਨ ਲਈ ਇਹ ਕੀ ਹੋ ਸਕਦਾ, ਓਬਸਟੈਕਲ, ਕਿ ਯਾਰ ਆਫਿਸ ਨਹੀਂ ਹੈਗਾ ਅਸੀਂ ਕਿਉਂ ਕੰਮ ਕਰੀਏ। ਅਤੇ ਕਈਆਂ ਲਈ ਕੀ ਹੋਏਗਾ, ਓਪਰਚੁਨਿਟੀ ਨਾਲ ਅਸੀਂ ਫੱਟੇ ਹੀ ਉੱਥੇ ਜਾ ਕੇ ਚੱਕਾਂਗੇ। ਸਮਝ ਰਹੇ ਹੋ ਨਾ? ਅਤੇ ਆਪਾਂ ਨੇ ਥੋੜ੍ਹਾ ਜਿਹਾ ਡਿਫਰੈਂਸ ਸਮਝਣਾ। ਓਬਸਟੈਕਲ ਇਜ਼ ਦੀ ਓਪਰਚੁਨਿਟੀ, ਓਬਸਟੈਕਲ ਹਮੇਸ਼ਾ ਓਪਰਚੁਨਿਟੀ ਹੁੰਦਾ। ਆਪਣੀ ਫੋਰਐਵਰ ਦਾ ਲੋਗੋ ਕੀ ਹੈ ਜੀ? ਈਗਲ। ਜਿਹੜਾ ਈਗਲ ਬਰਡ ਹੈ ਉਹਦਾ ਮੀਨਿੰਗ ਬਹੁਤ ਡੀਪ ਹੈ। ਰੈਕਸ ਸਰ ਨੇ ਕਿੰਨੀ ਸਟੱਡੀ ਤੋਂ ਬਾਅਦ ਸ਼ਾਇਦ ਆਪਣਾ ਲੋਗੋ ਈਗਲ ਬਣਾਇਆ ਹੋਏਗਾ। ਅਗਰ ਆਪਾਂ ਫੋਰਐਵਰ ਦਾ ਸਿਰਫ ਲੋਗੋ ਹੀ ਸਮਝ ਲਈਏ ਨਾ, ਤਾਂ ਵੀ ਆਪਾਂ ਨੂੰ ਕਾਫੀ ਫੋਰਐਵਰ ਸਮਝ ਆ ਜਾਏਗੀ। ਥੈਂਕ ਯੂ। ਈਗਲ, ਥੋੜ੍ਹੀ ਜਿਹੀ ਮੈਂ ਤੁਹਾਡੇ ਨਾਲ ਇੱਕ ਈਗਲ ਦੀ ਸਟੋਰੀ ਸ਼ੇਅਰ ਕਰਦਾ, ਕਿਉਂਕਿ ਆਪਾਂ ਗੱਲ ਕਾਹਦੀ ਕਰ ਰਹੇ, ਓਬਸਟੈਕਲ, ਠੀਕ ਹੈ। ਈਗਲ ਇੱਕ ਇੱਦਾਂ ਦਾ ਬਰਡ ਹੈ ਕਿ ਉਹਦਾ ਜਿਹੜਾ ਲਾਈਫ ਸਪੈਮ ਹੈ ਉਹ 70 ਈਅਰ ਦਾ ਹੁੰਦਾ, 70 ਸਾਲ ਦਾ। ਬਟ ਪ੍ਰੋਬਲਮ ਕੀ ਹੈ ਕਿ ਜਦੋਂ 40 ਸਾਲ ਦਾ ਹੁੰਦਾ ਹੈ ਨਾ, ਤਾਂ ਉਹਦੇ ਜਿਹੜੇ ਖੰਭ ਹੁੰਦੇ ਆ ਉਹ ਕਾਫੀ ਬਾਹਰ ਨੂੰ ਆ ਜਾਂਦੇ ਆ, ਅਤੇ ਜਿਹੜੀ ਉਹਦੀ ਚੁੰਝ ਹੁੰਦੀ ਹੈ ਉਹ ਟਰਨ ਹੋ ਜਾਂਦੀ ਹੈ ਅੰਦਰ ਨੂੰ। ਉਹਦਾ ਉਹ ਕੀ ਹੁੰਦਾ ਕਿ ਉਹ ਸ਼ਿਕਾਰ ਨਹੀਂ ਕਰ ਸਕਦਾ, ਖੰਭ ਬੜੇ ਹੋਣ ਕਰਕੇ ਉਹ ਉੱਡ ਨਹੀਂ ਸਕਦਾ, ਤਾਂ ਉਹਨੂੰ ਇੱਕ ਜਗ੍ਹਾ 'ਤੇ ਬਹਿਣਾ ਪੈਂਦਾ। ਉਹਦੇ ਕੋਲ ਹੁਣ 2 ਆਪਸ਼ਨ ਨੇ, ਜਾਂ ਤਾਂ ਉੱਥੇ ਕੁਛ ਦੇਰ ਦਿਨ ਬੈਠਾ ਰਹਿ ਗਿਆ, ਉਹਦੀ ਡੈਥ ਹੋ ਜਾਣੀ, ਕਿਉਂਕਿ ਉਹ ਨਾ ਕੁਛ ਖਾ ਸਕ ਰਿਹਾ ਨਾ ਉੱਡ ਸਕ ਰਿਹਾ। ਦੂਜੀ ਆਪਸ਼ਨ ਉਹਦੇ ਕੋਲ ਕੀ ਹੈ ਕਿ ਉਹ ਇੱਥੋਂ ਉੜੇ, ਇੱਕ ਟੌਪ ਦੇ ਮਾਊਂਟੇਨ ਦੇ ਕਿਸੇ ਪੀਕ 'ਤੇ ਬੈਠੇ, ਪੱਥਰ ਦੇ ਪਹਾੜ 'ਤੇ, ਸਭ ਤੋਂ ਪਹਿਲਾਂ ਉੱਥੇ ਨਾ ਆਪਣੇ ਖੰਭ ਖਿੱਚਦਾ। ਮੰਨ ਲਓ ਆਪਣਾ ਨੋਹ ਟੁੱਟ ਜੇ, ਕਿੱਦਾਂ ਦਾ ਲੱਗੇਗਾ, ਕਿੰਨੀ ਪੇਨ ਹੋਏਗੀ, ਫੀਲ ਕਰ ਸਕਦੇ ਹੋ? ਉਹ ਸਭ ਤੋਂ ਪਹਿਲਾਂ ਆਪਣੇ ਖੰਭ ਖਿੱਚਦਾ, ਬਹੁਤ ਪੇਨ 'ਚੋਂ ਲੰਘਦਾ। ਫਿਰ ਸਭ ਤੋਂ ਔਖਾ ਕੰਮ ਕਿ ਆਪਣੀ ਚੁੰਝ ਤੋੜਦਾ, ਉਹ ਵੀ ਕਾਹਦੇ ਨਾਲ, ਪੱਥਰ ਨਾਲ ਮਾਰ ਕੇ। ਉਹ ਇੰਨੀ ਪੇਨ ਹੁੰਦੀ ਹੈ, ਬਟ ਉਹਨੂੰ ਪਤਾ ਹੁੰਦਾ, ਉਹਦਾ ਗੋਲ ਕਲੀਅਰ ਹੈ ਕਿ ਇਹ ਤੋਂ ਬਾਅਦ ਲਾਈਫ ਮਿਲਣੀ ਹੈ। ਈਗਲ ਉੱਥੇ ਕੁਛ ਦੇਰ ਵੇਟ ਕਰਦਾ, ਉਹਦੇ ਨਵੇਂ ਖੰਭ ਬਾਹਰ ਆਉਂਦੇ ਹੈ, ਚੁੰਝ ਨਵੀਂ ਆ ਜਾਂਦੀ ਹੈ, ਅਤੇ ਈਗਲ ਉਹ ਤੋਂ ਬਾਅਦ 30 ਸਾਲ ਹੋਰ ਜਿੰਦਾ। ਕਲੀਅਰ ਹੋਇਆ ਜੀ? ਥੈਂਕ ਯੂ। ਈਗਲ ਦੀ ਟੋਟਲ ਲਾਈਫ ਕਿੰਨੀ ਬਣ ਗਈ, 70 ਸਾਲ। ਦੇਖੋ ਆਪਾਂ ਜੋ ਹੁਣ ਤੱਕ ਲਾਈਫ 'ਚ ਕਰ ਰਹੇ ਹਾਂ ਜਾਂ ਕੀਤਾ, ਬਹੁਤ ਵਧੀਆ ਕੀਤਾ। ਵਧੀਆ ਗੱਲ ਕੀ ਹੈ ਕਿ ਸਾਡੇ ਕੋਲ ਇੱਕ ਐਕਸਪੀਰੀਅੰਸ ਹੈ। ਐਕਸਪੀਰੀਅੰਸ ਪੈਸੇ ਦੇ ਕੇ ਲਿਆ ਜਾ ਸਕਦਾ? ਨੋ। ਇਹੀ ਤਾਂ ਸਾਡੇ ਕੋਲ ਗਿਫਟ ਹੈ, ਗੋਡ ਗਿਫਟ, ਕਿ ਜੋ ਅਸੀਂ ਹੁਣ ਤੱਕ ਲਾਈਫ 'ਚ ਕੀਤਾ ਹੈ ਜਾਂ ਕਰਕੇ ਆਏ ਹੈ, ਇਹ ਸਾਡਾ ਇੱਕ ਐਕਸਪੀਰੀਅੰਸ ਹੈ। ਅਗਰ ਅਸੀਂ ਇਸ ਐਕਸਪੀਰੀਅੰਸ ਨੂੰ ਯੂਜ਼ ਕਰ ਲਿਆ ਤਾਂ ਅਸੀਂ ਬਹੁਤ ਸਾਰਾ ਪੈਸਾ, ਲਾਈਫ ਸਟਾਈਲ ਸਾਰਾ ਬਣਾ ਸਕਦੇ ਹਾਂ। ਜਾਂ ਅਦਰਵਾਈਜ਼ ਅਸੀਂ ਉਸ ਐਕਸਪੀਰੀਅੰਸ 'ਚੋਂ ਸਾਰਾ ਕੁਛ ਨੈਗੇਟਿਵ ਵੀ ਦੇਖ ਸਕਦੇ ਹਾਂ। ਮੈਂ ਇੱਥੇ ਗਿਆ ਸੀ, ਇੱਦਾਂ ਹੋ ਗਿਆ, ਇੱਥੇ ਗਿਆ ਸੀ, ਆਹ ਵੀ ਡੁੱਬ ਗਿਆ, ਇੱਧਰ ਗਿਆ ਸੀ, ਇਹ ਵੀ ਖਤਮ, ਮੇਰੇ ਤੋਂ ਨਹੀਂ ਹੋਣਾ। ਅਗੇਨ ਓਬਸਟੈਕਲ ਇਜ਼ ਓਪਰਚੁਨਿਟੀ, ਠੀਕ ਹੈ ਜੀ। ਜਾਂ ਤਾਂ ਆਪਣੇ ਐਕਸਪੀਰੀਅੰਸ ਨੂੰ ਦੇਖੀਏ ਕਿ ਯਾਰ ਕੁਛ ਨਹੀਂ ਹੋਇਆ ਲਾਈਫ 'ਚ, ਮੇਰੇ ਤੋਂ ਨਹੀਂ ਹੋਣਾ, ਜਾਂ ਮੇਰੇ 'ਚ ਆਹ ਕਮੀ, ਮੈਂ ਰੰਗ, ਇਹ ਮੇਰਾ, ਕੁਛ ਵੀ ਆਪਾਂ ਕਰ ਸਕਦੇ ਹਾਂ। ਬਟ ਅਗਰ ਆਪਾਂ ਰੀਅਲੀ ਕਾਮਯਾਬ ਹੋਣਾ ਹੈ, ਕੁਛ ਕਰਨਾ ਹੈ, ਤਾਂ ਆਪਾਂ ਓਬਸਟੈਕਲ 'ਚੋਂ ਵੀ ਓਪਰਚੁਨਿਟੀ ਕੱਢਾਂਗੇ। ਜਿਹੜਾ ਐਕਸਪੀਰੀਅੰਸ ਹੈ ਲਾਈਫ ਦਾ, ਮੇ ਬੀ ਉਹ ਜੋਬ ਐਕਸਪੀਰੀਅੰਸ ਹੋ ਸਕਦਾ, ਬਿਜ਼ਨਸ ਐਕਸਪੀਰੀਅੰਸ ਹੋ ਸਕਦਾ, ਅਸੀਂ ਉਹਦੇ 'ਚੋਂ ਪੁਆਇੰਟ ਕੱਢਾਂਗੇ ਕੁਛ। ਆਪਾਂ ਜੋਬ 'ਚ ਹਾਰਡ ਵਰਕ ਕੀਤਾ, ਕਿਸੇ ਵੀ ਅਦਰ ABC ਬਿਜ਼ਨਸ 'ਚ ਗਏ, ਹਾਰਡ ਵਰਕ ਕੀਤਾ,
ਆਪਾਂ ਉਹ ਪੋਜ਼ਿਟਿਵ ਪੁਆਇੰਟ ਇੱਥੇ ਲੈ ਕੇ ਆਉਣਾ ਹੈ ਕਿ ਪੈਸੇ ਤਾਂ ਨਹੀਂ ਲੱਗੇ ਫੋਰਐਵਰ 'ਚ, ਪਰ ਇੱਥੇ ਵੀ ਮੈਂ ਕੀ ਕਰਾਂਗਾ, ਹਾਰਡ ਵਰਕ। ਇਹਨੂੰ ਆਪਾਂ ਟੌਪ ਦੀ ਪ੍ਰਾਇੋਰਟੀ ਬਣਾਉਣਾ ਹੈ। ਕੀ ਬਣਾਉਣਾ ਹੈ ਜੀ? ਟੌਪ ਦੀ ਪ੍ਰਾਇੋਰਟੀ। ਤਾਂ ਹਾਰਡ ਵਰਕ ਤੋਂ ਬਾਅਦ ਇੱਕ ਥੋੜੀ ਜਿਹੀ ਮੈਂ ਤੁਹਾਡੇ ਨਾਲ ਹੋਰ ਡਿਸਕਸ ਕਰਦਾ ਸਟੋਰੀ। ਬਟਰਫਲਾਈ ਪਤਾ ਜੀ, ਤਿਤਲੀ। ਤਿਤਲੀ ਦਾ ਜਿਹੜਾ ਬਰਥ ਹੁੰਦਾ, ਜਦੋਂ ਆਂਡੇ ਚੋਂ ਬਾਹਰ ਆਉਂਦੀ ਹੈ, ਉਦੋਂ ਇੱਕ ਇੰਸੀਡੈਂਟ ਹੋਇਆ। ਇੱਕ ਤਿਤਲੀ ਦਾ ਬੱਚਾ ਨਾ ਆਂਡੇ ਚੋਂ ਬਾਹਰ ਆਉਣ ਲਈ ਕੋਸ਼ਿਸ਼ ਕਰ ਰਿਹਾ ਸੀ, ਤੇ ਉਹਦੇ ਨਾਲ ਇੱਕ ਨਾ ਬੜਾ ਛੋਟਾ ਬੱਚਾ ਖੜਾ ਦੇਖ ਰਿਹਾ ਸੀ। ਬੱਚੇ ਮਾਸੂਮ ਹੁੰਦੇ ਜਿਹੜੇ ਛੋਟੇ ਹੁੰਦੇ, ਉਹਨੂੰ ਟੈਨਸ਼ਨ ਹੋਣ ਲੱਗ ਗਈ ਕਿ ਯਾਰ ਮੈਂ ਅੱਧੇ ਘੰਟੇ ਤੋਂ ਦੇਖ ਰਿਹਾ, ਜ਼ੋਰ ਮਾਰ ਰਹੀ ਬਟ ਬਾਹਰ ਨਹੀਂ ਆ ਪਾ ਰਹੀ। ਉਹਨੇ ਆਰਾਮ ਨਾਲ ਆਂਡਾ ਚੱਕਿਆ, ਉਹਨੂੰ ਹਲਕਾ ਜਿਹਾ ਤੋੜਿਆ ਤੇ ਉਹਨੂੰ ਬਾਹਰ ਕੱਢਤਾ। ਤਾਂ ਉਹ ਕੀ ਦੇਖਦਾ ਕਿ ਕੁਛ ਘੰਟੇ ਬਾਅਦ ਉਹਨੂੰ ਤਿਤਲੀ ਦੀ ਡੈਥ ਹੋ ਗਈ। ਜਿਹੜੇ ਛੋਟਾ ਬੱਚਾ ਸੀ ਉਹ ਮਰ ਗਿਆ। ਉਹ ਆਪਣੀ ਮਦਰ ਕੋਲ ਗਿਆ, ਕਹਿੰਦਾ ਵੀ ਮੈਂ ਤਾਂ ਗਲਤ ਕੰਮ ਨਹੀਂ ਕੀਤਾ, ਵੀ ਆ ਡੈਥ ਹੋ ਗਈ। ਤਾਂ ਉਹਦੀ ਮਦਰ ਨੇ ਉਹਨੂੰ ਦੱਸਿਆ, ਕਹਿੰਦੀ ਪ੍ਰਕਿਰਤੀ ਦਾ ਨਿਯਮ ਹੈ, ਹਾਂਜੀ, ਸੰਘਰਸ਼, ਸਟਰਗਲ। ਇਹ ਪ੍ਰਕਿਰਤੀ ਦਾ ਕੀ ਹੈ ਜੀ? ਨਿਯਮ ਹੈ। ਕਹਿੰਦੇ ਜਿਹੜੇ ਨੇ ਸੰਘਰਸ਼ ਨਹੀਂ ਕਰਿਆ ਉਹ ਕਦੇ ਕਾਮਯਾਬੀ ਨਾ ਹੋਇਆ, ਨਾ ਉਹ ਡਿਜ਼ਰਵ ਕਰ ਸਕਦਾ। ਤਾਂ ਪਹਿਲਾ ਰੂਲ ਬਿਜ਼ਨਸ ਯਾਦ ਰੱਖੋ, ਹਾਰਡ ਵਰਕ ਆਪਾਂ ਕਿਸੇ ਹੋਰ ਜਗ੍ਹਾ ਵੀ ਕਰ ਰਹੇ ਹਾਂ ਆਲਰੇਡੀ, ਤੇ ਹਾਰਡ ਵਰਕ ਇੱਥੇ ਵੀ ਕਰਨਾ ਹੈ, ਪਰ ਜਿਹੜਾ ਇੱਥੇ ਹਾਰਡ ਵਰਕ ਹੈ ਉਹਦਾ ਰਿਜ਼ਲਟ ਬੜਾ ਹੀ ਵਧੀਆ ਮਿਲੇਗਾ ਤੁਹਾਨੂੰ। ਕਲੀਅਰ ਹੋ ਗਿਆ ਜੀ? ਇੱਕ ਵਰਡ ਆਪਾਂ ਹੋਰ ਯਾਦ ਰੱਖਣਾ ਸਾਰਿਆਂ ਨੇ। ਫੇਲੀਅਰ ਵਰਡ ਸੁਣ ਕੇ ਡਰ ਲੱਗਦਾ। ਜਿਵੇਂ ਆਪਾਂ ਕਹਿੰਦੇ ਆ ਸਰ ਮੇਰਾ ਸੁਪਰਵਾਈਜ਼ਰ ਹੋ ਰਿਹਾ ਸੀ ਬਟ ਹੋ ਨਹੀਂ ਪਾਇਆ, ਹੁੰਦਾ ਨਾ ਇਦਾਂ, ਟੈਨਸ਼ਨ ਹੋ ਜਾਂਦੀ, ਸਟ੍ਰੈਸ ਆ ਜਾਂਦਾ। ਫੇਲੀਅਰ is the mother of success। ਦੁਬਾਰਾ ਰਿਪੀਟ ਕਰਦਾ, failure is the mother of success। ਜਿਹੜਾ ਫੇਲੀਅਰ ਹੈ ਉਹ ਤੁਹਾਨੂੰ ਇਸ ਲਈ ਨਹੀਂ ਹੈਗਾ ਕਿ ਤੁਹਾਡੇ 'ਚ ਕਾਬਲੀਅਤ ਨਹੀਂ ਹੈ, ਤੁਸੀਂ ਫੇਲ ਹੋ ਗਏ, ਤੁਹਾਨੂੰ ਕੋਈ ਕਹਿ ਰਿਹਾ ਕਿ ਤੇਰੇ ਤੋਂ ਨਹੀਂ ਹੋਣਾ, ਤੂੰ ਖਤਮ ਹੈ, ਇਦਾਂ ਦਾ ਕੁਝ ਨਹੀਂ ਹੁੰਦਾ। ਅਗਰ ਤੁਸੀਂ ਫੇਲ ਹੋ ਰਹੇ ਹੋ, ਇਹਦਾ ਮਤਲਬ ਤੁਸੀਂ ਇੱਕ ਸਟੈਪ ਅੱਗੇ ਜਾ ਰਹੇ ਹੋ। ਫੇਲੀਅਰ ਇਜ਼ ਦੀ ਮਦਰ ਆਫ ਸਕਸੈਸ। ਮੈਂ ਫੇਲ ਹੋਇਆ 1 ਸਾਲ, ਸੁਪਰਵਾਈਜ਼ਰ ਨਹੀਂ ਬਣ ਪਾਇਆ, ਬਟ ਮੈਂ ਉਹਨੂੰ ਪੋਜ਼ਿਟਿਵ ਲਿਆ। ਮੈਂ ਆਪਣੀ ਕਮੀ ਨੂੰ ਕੱਢਿਆ, ਮੈਂ ਜੱਜ ਕੀਤਾ, ਯਾਰ ਮੈਂ ਇੱਥੇ ਰੋਂਗ ਹੈ, ਮੈਂ ਉਹਨੂੰ ਚੈੱਕ ਕੀਤਾ, ਕਰੈਕਟ ਕੀਤਾ, ਤੇ ਅੱਜ ਤੁਹਾਡੇ ਸਾਹਮਣੇ ਸਾਰੀਆਂ ਅਚੀਵਮੈਂਟਸ ਕੀਤੀਆਂ। ਕਲੀਅਰ ਹੈ ਜੀ? ਤਾਂ ਕਦੇ ਵੀ ਲਾਈਫ 'ਚ ਵੀ, ਈਵਨ ਨੋਟ ਈਵਨ ਫੋਰਐਵਰ, ਲਾਈਫ 'ਚ ਵੀ ਅਗਰ ਆਪਾਂ ਕਦੇ ਫੇਲ ਹੋਣੇ ਆ ਕਿਤੇ, ਤਾਂ ਉਹਨੂੰ ਨੈਗੇਟਿਵ ਨਹੀਂ ਲੈਣਾ, ਪੋਜ਼ਿਟਿਵਲੀ ਅੰਡਰਸਟੈਂਡ ਕਰੋ, ਮੇਬੀ ਉਹ 'ਚੋਂ ਤੁਹਾਨੂੰ ਕੁਝ ਸਿੱਖਣ ਲਈ ਮਿਲ ਜਾਵੇ। ਕਲੀਅਰ ਹੈ ਜੀ? ਸੋ ਥਰਡ ਜਿਹੜਾ ਮੈਂ ਤੁਹਾਡੇ ਨਾਲ ਡਿਸਕਸ ਕਰਨਾ ਹੈ, ਆਪਾਂ ਨੂੰ ਸ਼ੇਰ ਪਤਾ ਜੀ ਸਾਰਿਆਂ ਨੂੰ, ਲਾਇਨ। ਕਹਿੰਦੇ ਜਦੋਂ ਸ਼ੇਰ 2 ਕਦਮ ਪਿੱਛੇ ਹਟਦਾ ਕੀ ਹੁੰਦਾ? ਉਦੋਂ ਭੱਜ ਜਾਂਦਾ। ਕੀ ਹੁੰਦਾ ਉਦੋਂ? ਪੱਕਾ? ਕਹਿੰਦੇ ਸ਼ੇਰ ਜਦੋਂ 2 ਕਦਮ ਪਿੱਛੇ ਹਟੇ ਨਾ, ਇਹਦਾ ਮਤਲਬ ਉੱਥੋਂ ਭੱਜ ਲੈਣਾ ਚਾਹੀਦਾ, ਉਹ ਝਪਟਾ ਮਾਰ ਕੇ ਆ ਰਿਹਾ। ਕਈ ਵਾਰ ਲਾਈਫ ਕੀ ਕਰਦੀ ਹੈ? ਪੁਸ਼ ਕਰਦੀ ਹੈ, ਇੱਦਾਂ ਪਿੱਛੇ ਨੂੰ ਧੱਕਾ ਮਾਰਦੀ ਹੈ। ਤੁਸੀਂ ਸਟਰਗਲ ਕਰ ਰਹੇ ਹੁੰਦੇ ਅੱਗੇ ਜਾਣ ਵਾਸਤੇ, ਲਾਈਫ ਕੀ ਕਰਦੀ ਹੈ? ਪੁਸ਼ ਕਰਦੀ ਹੈ। ਅਗੇਨ ਆਬਸਟੈਕਲ ਇਜ਼ ਓਪਰਚੁਨਿਟੀ। ਹੁਣ ਜਾਂ ਤਾਂ ਆਪਾਂ ਉੱਥੋਂ ਪਿੱਛੇ ਹੋ ਜਾਈਏ, ਜਾਂ ਆਪਾਂ ਨੂੰ ਪਤਾ ਹੋਊਗਾ ਕਿ 2 ਕਦਮ ਪਿੱਛੇ ਹੋ ਰਹੇ ਆ, ਇਹਦਾ ਮਤਲਬ ਕੋਈ ਬੜੀ ਓਪਰਚੁਨਿਟੀ ਆ, ਆਪਾਂ ਹੋਰ ਵੀ ਤਕੜੇ ਤਰੀਕੇ ਨਾਲ ਤਿਆਰ ਰਹਿਣਾ। ਹੁਣ ਜੋ ਆਪਾਂ ਲਾਈਫ 'ਚ ਪਿੱਛੇ ਕੀਤਾ ਬੈਟਰ, ਤੇ ਜੋ ਆਪਾਂ ਨੂੰ ਇਸ ਟਾਈਮ ਫੋਰਐਵਰ ਬਿਜ਼ਨਸ ਮਿਲਿਆ, ਇੰਟਰਨੈਸ਼ਨਲ ਟੂਰ ਇੰਜੋਏ ਕਰਨਾ ਜੀ। ਤੇ ਜੇ 20-22 ਸਾਲ ਦੀ ਉਮਰ 'ਚ ਪਤਾ ਲੱਗੇ ਕਿ USA ਜਾ ਰਹੀ ਹੈ ਕੰਪਨੀ ਲੈ ਕੇ, ਕਿੱਦਾਂ ਦਾ ਲੱਗੇਗਾ? ਮਜ਼ਾ ਆ ਜਾਏਗਾ। ਸੋ ਇਹ ਟਾਈਮ ਹੋਣਾ ਹੈ, ਬਿਲਕੁਲ ਰਾਈਟ ਟਾਈਮ, ਰਾਈਟ ਇੰਡਸਟਰੀ 'ਚ ਆਪਾਂ ਖੜੇ ਹਾਂ। ਆਪਾਂ ਸਿਰਫ ਇਹਦਾ ਪਾਰਟ ਬਣਨਾ ਹੈ ਤੇ ਸਿਰਫ ਬੈਨੀਫਿਟ ਲੈਣਾ ਹੈ। ਕਲੀਅਰ ਹੈ ਜੀ? ਕੋਈ ਹੈਗਾ ਲੋਸ ਇਹਦੇ ਵਿੱਚ ਆਪਾਂ ਲੱਗ ਰਿਹਾ ਹੋਵੇ? ਸੋ ਫਸਟ ਟਿਪ ਕੀ ਹੈ ਸਾਰਿਆਂ ਲਈ? ਹਾਰਡ ਵਰਕ। ਸੈਕਿੰਡ ਟਿਪ ਬੜਾ ਇੰਪੋਰਟੈਂਟ ਹੈ, ਮੈਨੂੰ ਲੱਗਦਾ ਹੈ ਕਿ ਮੇਰੀ ਸਕਸੈਸ ਦਾ ਸ਼ਾਇਦ ਰਾਜ ਹੀ ਇਹੀ ਹੈ। ਸੁਣਨਾ ਜੀ? ਪੱਕਾ? ਸੋ ਸੈਕਿੰਡ ਟਿਪ ਕੀ ਹੈ? ਲਾ ਆਫ ਐਵਰੇਜ ਐਂਡ ਸਕਿੱਲ। ਆਪਾਂ ਸਚਿਨ ਤੰਦੂਲਕਰ ਨੂੰ ਜਾਣਦੇ ਸਾਰੇ, ਉਹ ਬਹੁਤ ਇੱਕ ਰਿਸਪੈਕਟਡ ਪਰਸਨੈਲਿਟੀ ਨੇ। ਸ਼ਾਇਦ ਉਹ ਆਪਣੀ ਲਾਈਫ 'ਚੋਂ ਸਾਨੂੰ ਬਹੁਤ ਕੁਝ ਸਿਖਾ ਸਕਦੇ ਨੇ, ਈਵਨ ਫੋਰਐਵਰ ਬਿਜ਼ਨਸ 'ਚ ਵੀ। ਸਚਿਨ ਜੀ ਅੱਜ ਗੋਡ ਆਫ ਕ੍ਰਿਕਟ ਨੇ। ਗੋਡ ਆਫ ਕ੍ਰਿਕਟ ਦਾ ਮਤਲਬ ਇਹ ਤਾਂ ਨਹੀਂ ਕਿ ਜੇਕਰ ਉਹਨਾਂ ਨੂੰ ਹੁਣੇ ਬੈਟ ਦਈਏ ਤਾਂ ਸਾਰੀ ਬੋਲਾਂ 'ਤੇ ਛੱਕੇ ਮਾਰਨਗੇ। ਗੋਡ ਆਫ ਕ੍ਰਿਕਟ ਦਾ ਮਤਲਬ ਹੈ ਕਿ ਉਹਨਾਂ ਦੀ ਜਿਹੜੀ ਐਵਰੇਜ ਹੈ ਉਹ ਬਹੁਤ ਜ਼ਿਆਦਾ ਬੈਟਰ ਹੈ ਬਾਕੀ ਸਾਰੇ ਬੈਟਸਮੈਨ ਤੋਂ। ਠੀਕ ਹੈ ਜੀ? ਗੋਡ ਆਫ ਕ੍ਰਿਕਟ ਦਾ ਮਤਲਬ ਹੈ ਉਹਨਾਂ ਦੀ ਸਕਿੱਲ ਇੰਨੀ ਕੁ ਮਤਲਬ ਬੈਸਟ ਹੈ ਕਿ ਉਹ ਸਾਰੇ ਤਰ੍ਹਾਂ ਦੇ ਸ਼ੋਟ ਖੇਲ ਸਕਦੇ ਹੈ। ਆਪਣੀ ਬਿਜ਼ਨਸ 'ਚ ਕੀ ਹੈ, ਕਈ ਵਾਰ ਜਦੋਂ ਆਪਾਂ ਨਵੇਂ ਬਿਜ਼ਨਸ ਸ਼ੁਰੂ ਕਰਦੇ ਹਾਂ, ਆਪਾਂ ਨੂੰ ਲੱਗਦਾ ਵੀ ਸ਼ਾਇਦ ਸਕਿੱਲ ਪ੍ਰੋਡਿਊਸ ਕਰਾਂ, ਪਹਿਲਾਂ ਪੂਰਾ ਇਹਨੂੰ ਸਮਝ ਲਾਂ, ਬਾਅਦ 'ਚ ਕਰਾਂਗਾ ਬਿਜ਼ਨਸ। ਸਮਝ ਰਹੇ ਹੋ ਨਾ? ਉਹ ਕਦੇ ਹੋ ਨਹੀਂ ਸਕਦਾ। ਅਗਰ ਸਚਿਨ ਜੀ ਗੋਡ ਆਫ ਕ੍ਰਿਕਟ ਨੇ, ਕਿਆ ਇਹ ਪੋਸੀਬਲ ਨਹੀਂ ਕਿ ਪਹਿਲੀ ਬੋਲ ਤੇ 0 ਤੇ ਆਊਟ ਹੋ ਜਾਣ? ਹਾਂਜੀ, ਹੈਗਾ ਪੋਸੀਬਲ। ਕਿੰਨੇ % ਪੋਸੀਬਲ ਹੈ?
100% ਵੀ ਹੋ ਸਕਦਾ ਹੈ। ਤਾਂ ਆਪਣੇ ਬਿਜ਼ਨਸ 'ਚ ਕੀ ਹੈ, ਇੱਥੇ ਇੱਕ ਲਾ ਆਫ ਐਵਰੇਜ ਹੈ। ਲਾ ਆਫ ਐਵਰੇਜ ਦਾ ਮਤਲਬ ਕੀ ਹੈ, ਜਦੋਂ ਤੁਸੀਂ ਆਪਣੇ ਦੋਸਤਾਂ ਨਾਲ ਫੋਰਐਵਰ ਸ਼ੇਅਰ ਕਰੋਗੇ ਨਾ, ਉਹਦੇ 'ਚੋਂ ਕਾਫੀ ਸਾਰੇ ਵੇਟ ਕਰਕੇ ਆਉਣਗੇ, ਕਾਫੀ ਇਮੀਡੀਏਟ ਵੀ ਆ ਜਾਣਗੇ, ਕਾਫੀ ਨਹੀਂ ਵੀ ਆਉਣਗੇ। ਤਾਂ ਤੁਸੀਂ ਹਮੇਸ਼ਾ ਆਪਣੇ ਮਾਈਂਡ 'ਚ ਫਿੱਟ ਰੱਖਣਾ ਹੈ ਕਿ ਲਾ ਆਫ ਐਵਰੇਜ ਦਾ ਹੀ ਫੋਰਐਵਰ ਬਿਜ਼ਨਸ ਹੈ। ਅਗਰ ਆਪਾਂ ਐਵਰੇਜ ਨੂੰ ਭੁੱਲ ਕੇ ਸਿਰਫ ਸਕਿੱਲ 'ਤੇ ਵਰਕ ਕਰਾਂਗੇ ਤਾਂ ਵੀ ਆਪਾਂ ਨੂੰ ਬਹੁਤ ਟਾਈਮ ਲੱਗ ਜਾਏਗਾ ਇੱਥੇ ਸਕਸੈਸ ਹੋਣ ਨੂੰ, ਕਿਉਂਕਿ ਆਪਾਂ ਸਕਿੱਲ ਸ਼ਾਰਪ ਕਰਦੇ ਰਵਾਂਗੇ, ਕੰਮ ਤਾਂ ਕੀਤਾ ਨਹੀਂ ਮੇਨ ਜਿਹੜਾ ਕਰਨਾ ਸੀ। ਸਮਝ ਰਹੇ ਹੋ ਨਾ। ਦੂਜੀ ਚੀਜ਼ ਕੀ ਹੈ ਕਿ ਇਹ ਵੀ ਨਾ ਹੋਵੇ ਆਪਾਂ ਲਾ ਆਫ ਐਵਰੇਜ ਦੇ ਸਿਰ 'ਤੇ ਬੈਠੇ ਰਹੀਏ, ਸਕਿੱਲ ਨਾ ਪ੍ਰੋਡਿਊਸ ਕਰੀਏ। ਤਾਂ ਦੋਨੋਂ ਕੰਮ ਕਰਨੇ ਆ ਆਪਾਂ, ਲਾ ਆਫ ਐਵਰੇਜ ਵੀ ਮੇਨਟੇਨ ਕਰਨੀ ਹੈ ਤੇ ਸਕਿੱਲ ਵੀ ਮੇਨਟੇਨ ਕਰਨੀ ਹੈ। ਦੋਨਾਂ 'ਚ ਕੀ ਬਣਾਉਣਾ ਹੈ ਜੀ, ਬੈਲੈਂਸ ਬਣਾਉਣਾ ਹੈ। ਕਲੀਅਰ ਹੋ ਗਿਆ ਜੀ। ਮੇਰੇ ਨਾਲ ਆਲਮੋਸਟ ਜਿੰਨੇ ਮੇਰੇ ਦੋਸਤ ਆਏ ਫੋਰਐਵਰ 'ਚ, ਉਹ ਸਾਰੇ 4 ਤੋਂ 6 ਮਹੀਨੇ ਦੀ ਵੇਟ ਕਰਕੇ ਆਏ। ਮਤਲਬ ਮੈਨੂੰ ਕਿਸੇ ਦੀ 4 ਮਹੀਨੇ ਵੇਟ ਕਰਨੀ ਪਈ ਤੇ ਕਿਸੇ ਦੀ 6 ਮਹੀਨੇ। ਤੇ ਮੇਰੇ ਲਈ ਬੈਸਟ ਮੂਮੈਂਟ ਕੀ ਹੈ ਕਿ ਜਦੋਂ ਊਬੀ ਸਰ ਨੇ ਮੈਨੂੰ ਸੋਰਿੰਗ ਦਾ ਟੈਗ ਦਿੱਤਾ ਸੀ, ਉਹਨਾਂ ਨੇ ਮੈਨੂੰ ਹੌਲੀ ਕਿਹਾ ਸੀ, ਕਹਿੰਦੇ ਵੀ ਵੈਰੀ ਸੂਨ ਨੈਕਸਟ ਲੈਵਲ ਕਿਹੜਾ ਹੁੰਦਾ ਜੀ, ਸੋਰਿੰਗ ਮੈਨੇਜਰ। ਤਾਂ ਮੈਂ ਉਸੇ ਦਿਨ ਉਹਨੂੰ ਡਾਇਰੀ ਤੇ ਨੋਟ ਕਰ ਲਿਆ ਸੀ ਕਿ ਵੈਰੀ ਸੂਨ ਸੋਰਿੰਗ ਮੈਨੇਜਰ। ਤੇ ਅਗਲੇ ਤੋਂ ਜਿਹੜਾ ਨੈਕਸਟ ਸਕਸੈਸ ਡੇ ਹੈ, ਮੈਂ ਪੱਕਾ ਤੁਹਾਨੂੰ ਸੋਰਿੰਗ ਬਣ ਕੇ ਮਿਲਾਂਗਾ, ਆਈ ਪ੍ਰੋਮਿਸ ਯੂ। ਥੈਂਕ ਯੂ। ਥਰਡ ਲਾਸਟ ਬਟ ਨੋਟ ਲਿਸਟ, ਜਿਹੜਾ ਥਰਡ ਟਿਪ ਹੈ ਉਹ ਮੈਂ ਤਾਂ ਓਬਜ਼ਰਵ ਕੀਤਾ ਹੀ ਇਸ ਬਿਜ਼ਨਸ 'ਚ, ਉਹਨੂੰ ਬੜੇ ਬੜੇ ਡਾਇਮੰਡ ਵੀ ਓਬਜ਼ਰਵ ਕਰਦੇ ਨੇ। ਦੱਸਾਂ ਜੀ ਕਿਹੜਾ, ਪੱਕਾ? ਉਹ ਥਰਡ ਟਿਪ ਹੈ ਸਿੰਪਲੀਸਿਟੀ ਐਂਡ ਡੁਪਲੀਕੇਸ਼ਨ। ਕਈ ਵਾਰੀ ਆਪਾਂ ਐਕਸਟਰਾ ਆਰਡੀਨਰੀ ਕਰਨਾ ਚਾਹੁੰਦੇ ਹਾਂ, ਹਮੇਸ਼ਾ ਹੁੰਦਾ ਇੱਦਾਂ ਕਿ ਯਾਰ ਕੁਛ ਐਕਸਟਰਾ ਆਰਡੀਨਰੀ ਹੋ ਜਾਏ ਤਾਂ ਹੀ ਮਜ਼ਾ ਆਊਗਾ ਕਾਮਯਾਬੀ ਦਾ। ਉੱਥੇ ਫਿਰ ਆਪਾਂ ਨੂੰ ਸਟਰੈਸ ਵੱਧਦਾ, ਆਪਣਾ ਸਟਰੈਸ ਵੱਧਦਾ। ਇੱਕ ਟਾਈਮ ਆਉਂਦਾ ਸਾਨੂੰ ਲੱਗਦਾ ਸ਼ਾਇਦ ਮੇਰੇ ਤੋਂ ਨਹੀਂ ਹੋਣਾ। ਉੱਥੇ ਹੀ ਸੇਮ ਕੰਪਨੀ ਸੇਮ ਪ੍ਰੋਡਕਟ ਬਹੁਤ ਸਾਰੇ ਬੰਦੇ ਲਗਾਤਾਰ ਅਚੀਵਮੈਂਟ ਕਰ ਰਹੇ ਹੈ, ਬਟ ਉਹ ਸਾਨੂੰ ਲੱਗ ਰਿਹਾ ਹੁੰਦਾ ਕਈ ਵਾਰੀ ਸ਼ਾਇਦ ਯਾਰ ਮੇਰੇ 'ਚ ਕਮੀਆਂ ਨੇ, ਮੇਰੇ ਤੋਂ ਨਾ ਹੋਵੇ। ਠੀਕ ਹੈ। ਤਾਂ ਇਸ ਬਿਜ਼ਨਸ ਦਾ ਇੱਕ ਬਹੁਤ ਇੰਪੋਰਟੈਂਟ ਰੂਲ ਹੈ ਜਿਹਨੂੰ ਬੜੇ ਬੜੇ ਡਾਇਮੰਡ ਵੀ ਖੁਦ ਦੱਸਦੇ ਨੇ, ਉਹ ਹੈਗਾ ਸਿੰਪਲੀਸਿਟੀ ਤੇ ਡੁਪਲੀਕੇਸ਼ਨ। ਜਿੰਨਾ ਤੁਹਾਡੇ ਬਿਜ਼ਨਸ 'ਚ ਸਿੰਪਲੀਸਿਟੀ ਹੋਏਗੀ ਉਨੀ ਫਾਸਟ ਇਹ ਡੁਪਲੀਕੇਟ ਹੋਏਗਾ। ਧਿਆਨ ਨਾਲ ਸਮਝੋ ਮੈਂ ਕੀ ਕਹਿ ਰਿਹਾ। ਜਿੰਨੀ ਜ਼ਿਆਦਾ ਸਿੰਪਲੀਸਿਟੀ ਉਨਾ ਫਾਸਟ ਡੁਪਲੀਕੇਟ। ਕਲੀਅਰ ਹੈ ਜੀ। ਆਪਾਂ ਆਪਣੇ ਬਿਜ਼ਨਸ ਸਿੰਪਲੀਸਿਟੀ ਲਿਆਣੀ। ਇਹਦੀ ਮੈਂ ਇੱਕ ਲਾਸਟ ਐਗਜ਼ਾਮਪਲ ਦੇਵਾਂਗਾ ਤੁਹਾਡੇ ਸਾਰਿਆਂ ਸਾਹਮਣੇ। ਮਾਈਕਰੋਸੋਫਟ ਪਤਾ ਜੀ ਆਪਾਂ ਨੂੰ, ਉਹਦੇ ਓਨਰ ਨੇ ਮਿਸਟਰ ਬਿਲ ਗੇਟ। ਉਹਨਾਂ ਦੀ ਇੱਕ ਇੰਟਰਵਿਊ ਹੋਈ, ਇੰਟਰਵਿਊ 'ਚ ਉਹਨੂੰ ਪੁੱਛਿਆ ਗਿਆ ਕਿ ਮਿਸਟਰ ਬਿਲ ਵੀ ਤੂੰ ਇੰਨਾ ਰਿਚ ਕਿੱਦਾਂ ਹੋ ਗਿਆ? ਉਹ ਕਹਿੰਦਾ ਵੀ ਇਹ ਤਾਂ ਬੜਾ ਸਿੰਪਲ ਕੰਮ ਹੈ। ਜਦੋਂ ਉਹਨਾਂ ਨੇ ਕਿਹਾ ਕਿ ਬੜਾ ਸਿੰਪਲ ਕੰਮ ਹੈ, ਕਈਆਂ ਨੂੰ ਟੈਨਸ਼ਨ ਹੋ ਗਈ ਉੱਥੇ, ਕਹਿੰਦੇ ਵੀ ਬੇਵਕੂਫ ਬਣਾ ਰਿਹਾ ਵੀ ਇੰਨਾ ਦੁਨੀਆ ਦਾ ਰਿਚ ਬੰਦਾ ਬਣ ਗਿਆ, ਇਹ ਕਹਿ ਰਿਹਾ ਬੜਾ ਸਿੰਪਲ ਕੰਮ ਹੈ, ਵੀ ਜੇ ਸਿੰਪਲ ਹੁੰਦਾ ਤਾਂ ਅਸੀਂ ਵੀ ਕਰ ਲੈਂਦੇ। ਉਹਨੇ ਇੱਕ ਚੀਜ਼ ਦੱਸੀ, ਕਹਿੰਦਾ ਜਦੋਂ ਮਾਈਕਰੋਸੋਫਟ ਬਣਿਆ ਉਹਨੂੰ ਚਲਾਉਣਾ ਬੜਾ ਟਫ ਸੀ, ਹਰ ਬੰਦਾ ਉਹਨੂੰ ਚਲਾ ਨਹੀਂ ਸੀ ਸਕਦਾ। ਕਹਿੰਦਾ ਮੈਂ ਹੀ ਚਲਾ ਸਕਦਾ ਸੀ ਸਿਰਫ, ਜਾਂ ਕੁਛ ਮੇਰੇ ਇੰਜੀਨੀਅਰਸ। ਕਹਿੰਦਾ ਮੈਂ ਆਪਣੇ ਕਾਫੀ ਸਾਰੇ ਟੌਪ ਦੇ ਇੰਜੀਨੀਅਰਸ ਨੂੰ ਬਿਠਾਇਆ, ਸਿਰਫ ਉਹਨੂੰ ਇੱਕੋ ਕੰਮ ਦਿੱਤਾ ਕਿ ਤੁਸੀਂ ਇੱਕੋ ਕੰਮ ਕਰੋ, ਇਹਨੂੰ ਹੋਰ ਸਿੰਪਲ ਹੋਰ ਸਿੰਪਲ ਹੋਰ ਸਿੰਪਲ ਕਰਦੇ ਜਾਓ। ਕਹਿੰਦਾ ਇਹਨੂੰ ਇੰਨਾ ਸਿੰਪਲ ਕਰ ਦਿਓ ਕਿ ਹਰ ਘਰ 'ਚ ਯੂਜ਼ ਹੋਣਾ ਚਾਹੀਦਾ। ਤੇ ਬਿਲ ਗੇਟ ਕਹਿੰਦਾ ਥੈਂਕ ਯੂ। ਬਿਲ ਗੇਟ ਕਹਿੰਦਾ ਕਿ ਮੇਰਾ ਜਿਹੜਾ ਮਾਈਕਰੋਸੋਫਟ ਸੀ ਉਹ ਇੰਨਾ ਸਿੰਪਲ ਹੋ ਗਿਆ ਕਿ ਹਰ ਬੱਚਾ ਵੀ ਅੱਜ ਉਹਨੂੰ ਕੀ ਕਰ ਰਿਹਾ ਜੀ। ਤੇ ਬਿਲ ਗੇਟ ਕੀ ਬਣ ਗਿਆ? ਦੁਨੀਆ ਦਾ ਰਿਚੈਸਟ ਪਰਸਨ। ਤੇ ਮਿਸਟਰ ਰੋਲਫ ਕਿਪ ਨੇ ਆਪਣੀ ਬੁੱਕ 'ਚ ਇਹ ਐਗਜ਼ਾਮਪਲ ਨੂੰ ਹੋਰ ਵੀ ਜ਼ਿਆਦਾ ਡੀਪ 'ਚ ਲਿਖਿਆ ਹੋਇਆ। ਉਹ ਦੱਸਦੇ ਨੇ, ਕਹਿੰਦੇ ਵੀ ਅਗਰ ਮੇਰੇ ਤੋਂ ਕਈ ਬੰਦੇ ਕਹਿੰਦੇ ਨੇ ਕਿ ਮਿਸਟਰ ਕਿਪ ਤੂੰ ਬੜਾ ਰਿਚ ਹੈ, ਇਹ ਕਿੱਦਾਂ ਹੋ ਗਿਆ, ਸਾਤੋਂ ਹੋ ਜਾਏਗਾ, ਨਹੀਂ ਅਸੀਂ ਤੇਰੇ ਨੇੜੇ ਨਹੀਂ ਆ ਸਕਦੇ ਇੱਦਾਂ। ਕਹਿੰਦਾ ਮੈਨੂੰ ਥੋੜ੍ਹਾ ਦੁੱਖ ਵੀ ਲੱਗਦਾ ਤੇ ਥੋੜ੍ਹੀ ਮੈਨੂੰ ਹਾਸੀ ਵੀ ਆਉਂਦੀ ਹੈ। ਕਹਿੰਦਾ ਕਿਉਂਕਿ ਮੈਂ ਜਦੋਂ ਉਹਨਾਂ ਨੂੰ ਦੱਸਦਾ ਕਿ ਇਟਸ ਵੈਰੀ 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 ਸਿੰਪਲ, ਤਾਂ ਕਹਿੰਦਾ ਮੈਨੂੰ ਪਤਾ ਨਹੀਂ ਸਮਝ ਆਉਣਾ ਉਹਨਾਂ ਨੂੰ। ਆਪਾਂ ਸ਼ਾਇਦ ਇਹ ਸੋਚਦੇ ਹਾਂ ਕਿ ਜਿਹੜੇ ਡਾਇਮੰਡਸ ਨੇ ਉਹ ਕੁਛ ਡਿਫਰੈਂਟ ਕਰ ਰਹੇ ਨੇ, ਕੁਛ ਬੜਾ ਕਰ ਰਹੇ ਨੇ, ਅਲੱਗ ਕਰ ਰਹੇ ਨੇ। ਉਹ ਅਸਲ 'ਚ ਇੱਦਾਂ ਨਹੀਂ ਹੈਗਾ। ਡਾਇਮੰਡਸ ਦਾ ਕੰਮ ਕਰਨ ਦਾ ਤਰੀਕਾ ਸਾਡੇ ਤੋਂ ਵੀ ਸਿੰਪਲ ਹੈ, ਸਮਝ ਰਹੇ ਹੋ ਨਾ। ਤਾਂ ਜਿਵੇਂ ਜਿਵੇਂ ਆਪਾਂ ਫੋਰਐਵਰ 'ਚ ਟਾਈਮ ਸਪੈਂਡ ਕਰਨਾ ਹੈ, ਆਪਾਂ ਇਹਦੇ 'ਚ ਸਿੰਪਲੀਸਿਟੀ ਲੈ ਕੇ ਆਉਣੀ ਹੈ। ਹੋਰ ਕੋਈ ਅਲੱਗ ਕੰਮ ਨਹੀਂ ਹੈਗਾ ਫੋਰਐਵਰ। ਕਿਪ ਨੇ ਈਵਨ ਇੱਕ ਵਰਡ ਮੈਂ ਉਹਨਾਂ ਦੀ ਬੁੱਕ 'ਚੋਂ ਵੀ ਟਾਈਪ ਕਰਕੇ ਲੈ ਕੇ ਆਇਆ, ਸੁਣਾਵਾਂ ਜੀ ਸਾਰਿਆਂ ਨੂੰ? ਹੈ ਇੰਗਲਿਸ਼ ਹੈ ਪਿਓਰ, ਮੈਂ ਥੋੜ੍ਹਾ ਪੰਜਾਬੀ 'ਚ ਵੀ ਕਨਵਰਟ ਕਰੂੰਗਾ ਇਹਨੂੰ। ਉਹਨਾਂ ਨੇ ਲਿਖਿਆ ਦਿਸ ਇਜ਼ ਦੀ ਸੀਕਰੇਟ, ਕਿ ਇਹ ਸੀਕਰੇਟ ਹੈ। ਦਿਸ ਇਜ਼ ਸਿੰਪਲ, ਦਿਸ ਇਜ਼ ਫੋਰਐਵਰ। ਕਹਿੰਦੇ ਇਹ ਬਹੁਤ ਸਿੰਪਲ ਹੈ ਤੇ ਇਹ ਕੀ ਹੈ? ਫੋਰਐਵਰ ਹੈ। ਫੋਰਗੇਟ ਐਵਰੀਥਿੰਗ, ਓਨਲੀ ਦਿਸ ਵੇ ਇਜ਼ ਦੀ ਫੋਰਐਵਰ ਟੂ ਸਕਸੈਸਫੁਲ। ਕਹਿੰਦੇ ਬਾਕੀ ਸਾਰਾ ਕੁਛ ਭੁੱਲ ਜਾਓ, ਸਿਰਫ ਇਹੀ ਤਰੀਕਾ ਹੈ ਕਾਮਯਾਬੀ ਦਾ। ਐਵਰੀਥਿੰਗ ਇਜ਼ ਨੌਨਸੈਂਸ, ਇੱਦਾਂ ਲਿਖਿਆ ਉਹਨਾਂ ਨੇ, ਮੈਂ ਨਹੀਂ ਕਹਿ ਰਿਹਾ। ਐਵਰੀਥਿੰਗ ਇਜ਼
ਨੌਨਸੈਂਸ ਐਂਡ ਡਿਸਟਰੈਕਟ ਯੂ ਫਰੋਮ ਰੀਅਲ ਵੇ। ਜਿਹੜੀ ਮੈਂ ਸ਼ੁਰੂ 'ਚ ਗੱਲ ਦੱਸੀ ਸੀ ਕਿ ਅਸੀਂ ਕਈ ਵਾਰੀ ਐਕਸਟਰਾ ਆਰਡੀਨਰੀ ਕਰਨ ਦੇ ਚੱਕਰ 'ਚ ਆਰਡੀਨਰੀ ਵੀ ਨਹੀਂ ਕਰ ਪਾਉਂਦੇ। ਹੋ ਸਕਦਾ ਹੈ ਉਹ ਚੀਜ਼ ਤੁਹਾਨੂੰ ਤੁਹਾਡੇ ਰੀਅਲ ਪਾਥ ਤੋਂ ਵੀ ਦੂਰ ਕਰ ਦੇ। ਮੇ ਬੀ ਆਪਾਂ ਸਿੰਪਲ ਵਰਕ ਕਰ ਰਹੇ ਸੀ, ਇਸ ਮਹੀਨੇ ਸੁਪਰਵਾਈਜ਼ਰ ਬਣ ਚੱਲੇ ਸੀ, ਪਰ ਐਕਸਟਰਾ ਆਰਡੀਨਰੀ ਕਰਨ ਦੇ ਚੱਕਰ 'ਚ ਆਪਾਂ ਸੁਪਰਵਾਈਜ਼ਰ ਤੋਂ ਵੀ ਰਹਿ ਗਏ। ਸਮਝ ਰਹੇ ਹੋ ਨਾ ਜੀ ਕੀ ਕਹਿ ਰਹੇ ਹਾਂ? ਤਾਂ ਜਿੰਨੀ ਸਿੰਪਲਿਸਿਟੀ 'ਚ ਬਿਜ਼ਨਸ ਕਰੋਗੇ ਉਨਾ ਜ਼ਿਆਦਾ ਬਿਜ਼ਨਸ ਉੱਪਰ ਜਾਂਦਾ ਜਾਏਗਾ। ਤੇ ਉਹਨਾਂ ਨੇ ਅੱਗੇ ਲਿਖਿਆ ਕਿ ਆਈ ਐਮ ਯੋਰ ਅਪਲਾਈਨ, ਆਈ ਐਮ ਪਰਸਨਲੀ ਇੰਟਰਸਟਿਡ ਇਨ ਯੋਰ ਸਕਸੈਸ। ਤੇ ਉਹਨਾਂ ਨੇ ਲਿਖਿਆ ਕਿ ਜੇ ਤੁਸੀਂ ਕਾਮਯਾਬ ਹੋਵੋਗੇ ਤਾਂ ਹੀ ਮੈਨੂੰ ਫਾਇਦਾ ਹੋਣਾ ਐਂਡ 'ਚ, ਠੀਕ ਹੈ। ਤਾਂ ਕਹਿੰਦੇ ਜੋ ਮੈਂ ਦੱਸ ਰਿਹਾ ਉਹ 'ਤੇ ਬਿਲੀਵ ਕਰੋ, ਕਿਉਂਕਿ ਮੈਂ ਆਪਣੀ ਅਪਲਾਈਨ 'ਤੇ ਕੀ ਨਹੀਂ ਕੀਤਾ ਸੀ ਜੀ, ਪੱਕਾ ਨਾ। ਤੇ ਉਹਦਾ ਰਿਜ਼ਲਟ ਕੀ ਮਿਲਿਆ? ਉਹਦਾ ਰਿਜ਼ਲਟ ਇਹੀ ਹੋਇਆ ਕਿ ਮੈਨੂੰ 1 ਸਾਲ ਵੇਟ ਕਰਨੀ ਪਈ ਸੁਪਰਵਾਈਜ਼ਰ ਲਈ, ਤੇ ਸ਼ਾਇਦ ਅੱਜ ਮੈਂ ਸਫਾਇਰ ਮੈਨੇਜਰ ਵੀ ਹੋ ਸਕਦਾ ਸੀ ਫੋਰਐਵਰ ਜੇ ਮੈਂ 1 ਸਾਲ ਨਾ ਵੇਟ ਕਰਦਾ। ਕਲੀਅਰ ਹੋ ਗਿਆ ਜੀ? ਤਾਂ ਉਹਨਾਂ ਨੇ ਇਹੀ ਕਿਹਾ ਕਿ ਟਰਸਟ ਮੀ, ਜੋ ਮੈਂ ਕਹਿ ਰਿਹਾ ਉਹੀ ਹੈ ਇੱਥੇ, ਤੁਸੀਂ ਸਿਰਫ ਟ੍ਰੇਨਿੰਗਸ ਦਾ ਪਾਰਟ ਬਣਨਾ ਹੈ। ਤੇ ਹੋਰ ਕੋਈ ਡਾਊਟ ਹੈਗਾ ਜੀ ਕਿਸੇ ਨੂੰ? ਕਿਉਂਕਿ ਊਬੀ ਸਰ ਜਿੱਡਾ ਬੜਾ ਡਿਸੀਜ਼ਨ ਲੈ ਕੇ ਇੰਡੀਆ 'ਚ ਆਏ ਨੇ, ਸ਼ਾਇਦ ਮੈਨੂੰ ਨਹੀਂ ਲੱਗਦਾ ਕਿ ਇੰਨਾ ਟਫ ਡਿਸੀਜ਼ਨ ਆਪਣੇ ਜੋ ਕਿਸੇ ਨੂੰ ਬਣਾਉਣਾ ਪਏਗਾ। ਆਪਣੇ ਲਈ ਡਿਸੀਜ਼ਨ ਬਣਾਉਣਾ ਬਹੁਤ ਜ਼ਿਆਦਾ ਈਜ਼ੀ ਹੈ, ਕਿਉਂਕਿ ਮੈਂ ਆਪਣੀ ਗੱਲ ਕਰਾਂ, ਸਟੂਡੈਂਟ ਲਾਈਫ ਸੀ, ਠੀਕ ਹੈ ਜੀ, ਕੁਛ ਬੈਟਰ ਕਰਨਾ ਸੀ। ਥੋੜ੍ਹਾ ਜਿਹਾ ਸੀ ਕਿ ਜਦੋਂ ਮੈਂ ਫੋਰਐਵਰ ਆਫਿਸ ਆਉਂਦਾ ਸੀ ਤਾਂ ਕਾਫੀ ਸਾਰੇ ਮੈਨੂੰ ਮੈਚਿਓਰ ਲੀਡਰਸ ਮਿਲਦੇ ਸੀ। ਥੋੜ੍ਹੀ ਜਿਹੀ ਟੈਨਸ਼ਨ ਹੋ ਜਾਂਦੀ ਸੀ, ਯਾਰ ਸ਼ਾਇਦ ਮੈਚਿਓਰ ਲੀਡਰ ਕਰ ਸਕਦੇ, ਚੇਅਰਮੈਨ ਬੋਨਸ ਮੇਰੇ ਤੋਂ ਤਾਂ ਕਦੇ ਹੋਊਗਾ ਨਹੀਂ। ਪਰ ਮੈਂ ਉਦੋਂ ਕਲੀਅਰ ਕਰਿਆ ਸੀ ਕਿ ਯਾਰ ਵੀ ਮੈਂ ਉਦੋਂ ਚੈੱਕ ਕਰ ਰਿਹਾ ਸੀ ਆਪਣੀ ਇਨਫੋਰਮੇਸ਼ਨ ਦੇ ਅਕੋਰਡਿੰਗ ਕਿ ਯੰਗੈਸਟ ਕੌਣ ਹੈ ਜਿਹਨੇ ਨਾਰਥ ਇੰਡੀਆ 'ਚ ਚੇਅਰਮੈਨ ਬੋਨਸ ਕਰਿਆ। ਤਾਂ ਮੈਨੂੰ ਪਤਾ ਲੱਗ ਗਿਆ ਸੀ ਕਿ 26, 27, 28 ਦੇ ਨੀਚੇ ਤਾਂ ਕੋਈ ਨਹੀਂ ਹੈਗਾ ਨਾਰਥ ਇੰਡੀਆ 'ਚ। ਤੇ ਲਾਸਟ ਈਅਰ ਮੈਂ ਯੰਗੈਸਟ ਚੇਅਰਮੈਨ ਬੋਨਸ ਕੁਆਲੀਫਾਇਰ ਹੈ ਜੀ ਪੂਰੇ ਨਾਰਥ ਇੰਡੀਆ 'ਚ। ਥੈਂਕ ਯੂ ਸੋ ਮਚ। ਤੇ ਜੋ ਵੀ ਮੇਰੀ ਸਕਸੈਸ ਹੈ ਇਹਦਾ ਸਾਰਾ ਜਿਹੜਾ ਕੀ ਕਹਿੰਦੇ ਇਹਨੂੰ ਆਪਾਂ, ਸ਼੍ਰੇ, ਹਿੰਦੀ ਵਰਡ, ਠੀਕ ਹੈ ਜੀ। ਜਿਹੜੀ ਮੇਰੀ ਸਕਸੈਸ ਦਾ ਸਾਰਾ ਉਹ ਹੈ, ਸਭ ਤੋਂ ਪਹਿਲਾਂ ਉਸ ਸਿਸਟਮ ਨੂੰ ਜਾਣਦਾ। ਸਿਸਟਮ ਕਿਹਨੇ ਕ੍ਰੀਏਟ ਕੀਤਾ? ਮਿਸਟਰ ਰਿਸਪੈਕਟਡ ਰੈਕਸ ਸਰ, ਮਿਸਟਰ ਊਬੀ ਸਰ ਤੇ ਆਪਣੇ ਨੈਟ ਮੈਂਬਰ ਤੇ ਸਾਰਾ ਸਟਾਫ, ਠੀਕ ਹੈ ਜੀ। ਇਹਨਾਂ ਦਾ ਮੈਂ ਦਿਲੋਂ ਥੈਂਕਫੁਲ ਹੈ, ਕਿਉਂਕਿ ਇਹਨਾਂ ਨੇ ਇੰਨਾ ਵਧੀਆ ਸਿਸਟਮ ਬਣਾਤਾ ਕਿ ਮੇਰੇ ਵਰਗਾ ਕੋਈ ਵੀ ਆਮ ਪਰਸਨ ਇੱਥੇ ਆ ਕੇ ਕਾਮਯਾਬ ਹੋ ਸਕਦਾ ਹੈ। ਉਹ ਸਟੱਡੀ ਕਰ ਰਿਹਾ, ਜੋਬ ਕਰ ਰਿਹਾ, ਬਿਜ਼ਨਸ ਕਰ ਰਿਹਾ, ਇਟਸ ਵੈਰੀ ਈਜ਼ੀ, ਠੀਕ ਹੈ ਜੀ। ਤੇ ਉਸ ਤੋਂ ਬਾਅਦ ਥੈਂਕਫੁਲ ਮੇਰੀ ਗ੍ਰੇਟ ਅਪਲਾਈਨ ਮਿਸਟਰ ਜਸਪ੍ਰੀਤ ਸਰ, ਜਿਨ੍ਹਾਂ ਨੇ, ਥੈਂਕ ਯੂ। ਦੋਸਤੀ ਤਾਂ ਹੈਗੀ ਸੀ, ਨਾਲ ਉਹਨੂੰ ਦੋਸਤੀ ਨੂੰ ਮੇਰੇ ਤੇ ਇੱਕ ਹੋਰ ਅਹਿਸਾਨ ਕਰਤਾ ਕਿ ਮੇਰੀ ਜਿਹੜੀ ਮੰਥਲੀ ਇਨਕਮ ਹੈ ਉਹ 2-2.25 ਲੱਖ ਪਿਛਲੇ 1.5 ਸਾਲ ਤੋਂ ਲਗਾਤਾਰ ਰਹਿ ਰਹੀ ਹੈ, ਠੀਕ ਹੈ ਜੀ। ਉਹਨਾਂ ਨੇ ਮੈਨੂੰ ਇੱਕ ਕਾਮਯਾਬੀ ਪਰਸਨ ਬਣਾਤਾ। ਤੇ ਜਿਹੜੇ ਮੇਰੇ ਗ੍ਰੇਟ ਮੈਂਟਰ ਨੇ, ਮਿਸਟਰ ਮਨਦੀਪ ਕੰਬੋਜ ਸਰ, ਮਿਸਟਰ ਅਰਵਿੰਦ ਸਰ ਤੇ ਮਿਸਟਰ ਮਨਵੀਰ ਸਰ, ਉਹਨਾਂ ਨੇ ਇੰਨੀ ਜ਼ਿਆਦਾ ਸਪੋਰਟ ਕਰੀ। ਥੈਂਕ ਯੂ ਸੋ ਮਚ। ਉਹਨਾਂ ਨੇ ਇੰਨੀ ਜ਼ਿਆਦਾ ਸਪੋਰਟ ਕਰੀ ਕਿ ਸਮਝ ਲਓ ਵੀ ਸਾਲ ਫੇਲ ਹੋ ਕੇ ਵੀ ਅੱਜ ਮੈਂ ਸਾਰੇ ਕੁਆਲੀਫਿਕੇਸ਼ਨ ਅਚੀਵ ਕਰ ਪਾਇਆ। ਕਲੀਅਰ ਹੈ ਜੀ? ਸੋ ਚੱਕ ਦਾਂਗੇ ਫੱਟੇ? ਕੋਈ ਡਾਊਟ? ਕਲੀਅਰ? ਆਪਣੀ ਸਾਰਿਆਂ ਦੀ ਜਗ੍ਹਾ ਇੱਥੇ ਬਣੀ ਹੈ। ਕਿੱਥੇ ਜੀ? ਇੱਥੇ ਸਟੇਜ ਤੇ, ਠੀਕ ਹੈ ਜੀ। ਆਪਾਂ ਇੰਨੀ ਮਿਹਨਤ ਕਰਾਂਗੇ ਕਿ ਜਿਹੜਾ ਨੈਕਸਟ ਸਕਸੈਸ ਡੇ ਹੈ ਆਪਾਂ ਸਾਰੇ ਸਟੇਜ ਤੇ ਆਵਾਂਗੇ। ਤੇ ਜਿਹੜੇ ਆਪਣੇ ਲੀਡਰਸ ਨੇ, ਤੁਹਾਡੀਆਂ ਅਪਲਾਈਨਸ ਇੰਨੀਆਂ ਮਿਹਨਤ ਕਰ ਰਹੀਆਂ ਨੇ, ਆਪਾਂ ਉਹਨਾਂ ਨੂੰ ਕੀ ਫੀਲ ਕਰਾਵਾਂਗੇ? ਪ੍ਰਾਊਡ, ਕਿ ਯੈਸ ਅਸੀਂ ਵੀ ਕਰ ਸਕਦੇ ਹਾਂ। ਕਲੀਅਰ ਹੈ ਜੀ? ਸੋ ਥੈਂਕ ਯੂ ਸੋ ਮਚ।